ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਆ ਜੀ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਸਾਡਾ ਹਰ ਬੁੱਧਵਾਰ ਅਸੀਂ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ ਸਾਡੇ YouTube ਚੈਨਲ ਤੇ, ਸਾਡੇ Facebook ਪੇਜ ਤੋਂ ਇਹ ਪ੍ਰੋਗਰਾਮ ਬਿਲਕੁਲ ਲਾਈਵ ਕੀਤਾ ਜਾਂਦਾ, ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਗੱਲਬਾਤ ਕੀਤੀ ਜਾਂਦੀ ਆ, ਵਿਚਾਰ ਟਿੱਪਣੀ ਕੀਤੀ ਜਾਂਦੀ ਆ, ਵਿਚਾਰ ਚਰਚਾ ਕੀਤੀ ਜਾਂਦੀ ਹੈ ਤੇ ਨਾਲ ਦੀ ਨਾਲ ਤੁਹਾਡੀਆਂ ਟਿੱਪਣੀਆਂ ਤੁਹਾਡੇ ਸਵਾਲਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਲਾਈਵ ਲਿਆ ਜਾਂਦਾ। ਸੋ ਅੱਜ ਵੀ ਤੁਸੀਂ ਆਪਣੇ ਸਵਾਲਾਂ ਦੇ ਰੂਪ ਦੇ ਵਿੱਚ, ਆਪਣੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਇਸ ਪ੍ਰੋਗਰਾਮ 'ਤੇ ਸ਼ਿਰਕਤ ਕਰ ਸਕਦੇ ਹੋ ਤੇ ਨਾਲ ਦੀ ਨਾਲ ਇਸ ਪ੍ਰੋਗਰਾਮ 'ਚ ਤੁਸੀਂ ਕਾਲ ਵੀ ਕਰ ਸਕਦੇ ਹੋ। ਕਾਲ ਕਰਨ ਲਈ ਮੈਂ ਇੱਕ ਵਾਰੀ ਆਪਣਾ ਨੰਬਰ ਜ਼ਰੂਰ ਰਿਪੀਟ ਕਰਦਾ। ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚੋਂ ਕਾਲ ਕਰ ਰਹੇ ਹੋ, ਆਸਟ੍ਰੇਲੀਆ ਬੈਠੇ ਕਾਲ ਕਰ ਰਹੇ ਹੋ ਤਾਂ ਸਿਰਫ ਤੁਸੀਂ 0735589436 ਤੇ ਕਾਲ ਕਰ ਸਕਦੇ ਹੋ। ਪਰ ਜੇਕਰ ਤੁਸੀਂ ਆਸਟ੍ਰੇਲੀਆ ਦੇ ਬਾਹਰ ਤੋਂ ਕਾਲ ਕਰ ਰਹੇ ਹੋ ਤਾਂ ਆਸਟ੍ਰੇਲੀਆ ਦਾ ਕੋਡ +61 07355894436 ਡਾਇਲ ਕਰਕੇ ਤੁਸੀਂ ਆਪਣੀ ਗੱਲਬਾਤ ਇਸ ਪ੍ਰੋਗਰਾਮ ਦੇ ਵਿੱਚ ਰੱਖ ਸਕਦੇ ਹੋ। ਤੇ ਮੇਰੇ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰਦੇ ਹੁੰਦੇ ਨੇ ਦਲਜੀਤ ਸਿੰਘ ਜੀ। ਆਓ ਫਿਰ ਇੱਕ ਵਾਰੀ ਉਹਨਾਂ ਨੂੰ ਹਾਕ ਮਾਰੀਏ ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਕਿ ਤੁਸੀਂ ਖੁਸ਼ ਹੋਵੋਗੇ, ਤੰਦਰੁਸਤ ਹੋਵੋਗੇ ਜੀ। ਤੁਸੀਂ ਸੁਣਾਓ, ਤੁਹਾਡੀ ਤੰਦਰੁਸਤੀ, ਖੁਸ਼ਹਾਲੀ ਕਿੱਦਾਂ? ਵਧੀਆ। ਦੇਖੋ, ਵੈਸੇ ਕੁਈਨਸਲੈਂਡ ਦੇ ਵਿੱਚ ਕਰੋਨਾ ਤੋਂ ਤਾਂ ਆਪਾਂ ਬਚੇ ਹੋਏ ਆ, ਪਰ ਮੌਸਮ ਬਹੁਤ ਠੰਡਾ ਚੱਲ ਰਿਹਾ। ਤੇ ਦੂਜਾ ਹੈ ਕਿ ਅਸੀਂ ਕੁਈਨਸਲੈਂਡ ਦੇ ਜਿਹੜੇ ਵਾਸੀ ਆ ਇੰਨੀ ਠੰਡ ਸਹਿਣ ਦੇ ਆਦੀ ਨਹੀਂ ਜੀ, ਉਹਦੇ ਕਰਕੇ ਇਹ ਆ ਵੀ ਠੰਡ ਦੀ ਥੋੜੀ ਜਿਹੀ ਰਹਿੰਦੀ ਆ ਸਮੱਸਿਆ ਕਿ ਥੋੜਾ ਬਹੁਤਾ ਠੰਡ, ਫਲੂ ਵਗੈਰਾ ਦੇ ਜਿਹੜੇ ਸਿੰਪਟਮ ਆ ਉਹ ਹੋ ਜਾਂਦੇ ਆ। ਪਰ ਅੱਜ ਕੱਲ੍ਹ ਇਹ ਸਮੱਸਿਆ ਹੋ ਗਈ ਆ ਵੀ ਕਿਉਂਕਿ ਮੌਸਮੀ ਖੰਘ ਵੀ ਹੋ ਜਾਂਦੀ ਆ ਤੇ ਮੌਸਮੀ ਜ਼ੁਕਾਮ ਵੀ ਹੋ ਜਾਂਦਾ। ਪਰ ਅੱਜ ਕੱਲ੍ਹ ਖੰਘਣਾ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਕ੍ਰਾਈਮ ਆ। ਇਸ ਕਰਕੇ ਜ਼ਰੂਰ ਦੋਸਤਾਂ ਦੇ ਨਾਲ, ਕਿਉਂਕਿ ਬਹੁਤ ਸਾਰੇ ਦੋਸਤਾਂ ਨੇ ਇਹ ਦੱਸਿਆ ਵੀ ਜੇ ਕਿਤੇ ਉਹ ਸ਼ੋਪਿੰਗ ਸੈਂਟਰ ਵਿੱਚ ਵੀ ਜਾਂਦੇ ਆ, ਖੰਘ ਅੱਜ ਕੱਲ੍ਹ ਨੋਰਮਲ ਆ ਕਿਉਂਕਿ ਕਾਫੀ ਇੱਥੇ ਖੰਘ ਹੋ ਜਾਂਦੀ ਹੈ ਨਾ ਠੰਡ ਦਾ ਮੌਸਮ ਕਰਕੇ। ਤੇ ਪਰ ਲੋਕ ਇੰਨੀ ਹੇਟ ਦੇ ਨਾਲ ਦੇਖਦੇ ਆ ਖੰਘ ਵਾਲੇ ਮਰੀਜ਼ ਨੂੰ ਵੀ ਸ਼ਾਇਦ ਇਹ ਕਰੋਨਾ ਚੱਕੀ ਫਿਰਦਾ। ਹੇਟ ਨਹੀਂ ਦਲਜੀਤ ਜੀ, ਜੇ ਕੋਈ ਬੰਦਾ ਖੰਘੇ ਨਾ ਤੇ ਚਾਰ ਬੰਦੇ ਛਾਲ ਮਾਰ ਕੇ ਉਹ ਪਰਾਂ ਜਾਂਦੇ ਆ। ਹੇਟ ਤਾਂ ਬਾਅਦ ਦੀ ਗੱਲ ਰਹਿ ਗਈ। ਉਹਨਾਂ ਨੂੰ ਐਂ ਲੱਗਦਾ ਕਿ ਖੰਘ ਨਹੀਂ ਹੈ ਤਾਂ ਕਰੋਨਾ ਚੱਕੀ ਫਿਰਦਾ। ਬਾਕੀ ਲੱਗਦਾ ਤੁਸੀਂ ਆਸਟ੍ਰੇਲੀਆ ਪੁਰਾਣੇ ਆਸਟ੍ਰੇਲੀਅਨ ਹੋ ਗਏ ਆ। ਮੈਂ ਤਾਂ ਜੇ ਮੈਨੂੰ 5-7 ਸਾਲ ਆਏ ਆ, ਪਰ ਮੈਨੂੰ ਚੇਤਾ ਅਜੇ ਵੀ ਪੰਜਾਬ ਦੇ ਸਿਆਲ ਦਾ ਹੁੰਦਾ। ਤੁਸੀਂ ਕਹਿੰਦੇ ਮੈਨੂੰ ਅਸੀਂ ਠੰਡ ਦੇ ਆਦੀ ਨਹੀਂ, ਪਰ ਮੈਨੂੰ ਲੱਗਦਾ ਜਿਹੜਾ ਕੁਈਨਜ਼ਲੈਂਡ ਦੀ ਠੰਡ ਆ ਇਹ ਪੰਜਾਬ ਦੇ ਠੰਡ ਨਾਲੋਂ ਕਾਫੀ ਘੱਟ ਆ। ਕਿਉਂਕਿ ਪੰਜਾਬ 'ਚ ਜਦੋਂ ਆਪਾਂ ਪਿੰਡਾਂ 'ਚ ਸਵੇਰ ਵੇਖਦੇ ਹੁੰਦੇ ਸੀ ਤਾਂ ਜਿਹੜੀ ਛੱਪੜਾਂ 'ਤੇ ਬਰਫ਼ ਜੰਮੀ ਹੁੰਦੀ ਸੀ, ਕੋਰਾ ਜੰਮਿਆ ਹੁੰਦਾ ਸੀ, ਧੁੰਦਾਂ, ਤੇ ਉਹ ਜਿਹੜੇ ਪੂਰਾ ਦਿਨ ਸੂਰਜ ਨਹੀਂ ਨਿਕਲਦਾ, ਉਹਦੇ ਉਸ ਠੰਡ ਸਾਹਮਣੇ ਇਹ ਠੰਡ ਤਾਂ ਮੇਰੇ ਖਿਆਲ ਕਾਫੀ ਕੁਛ ਵੀ ਨਹੀਂ ਆ। ਖਾਸ ਤੌਰ ਤੇ ਕਿਉਂਕਿ ਮਾਈਨਸ ਉੱਥੇ ਡਿਗਰੀ ਚਲੇ ਜਾਂਦਾ, ਜਿਹਦੇ ਕਰਕੇ ਕੋਰਾ ਪੈਂਦਾ ਤੇ ਠੰਡੀਆਂ ਹਵਾਵਾਂ ਚੱਲਦੀਆਂ, ਧੁੰਦ ਪੈਂਦੀ ਆ ਤੇ ਧੁੰਦ ਬਹੁਤ ਖਤਰਨਾਕ ਹੈ ਪੰਜਾਬ ਦੀ। ਤੇ ਇੱਥੇ ਧੁੰਦ ਤਾਂ ਦੇਖਣ ਨੂੰ ਨਹੀਂ ਮਿਲਦੀ, ਕਿਤੇ ਹੋਇਆ ਥੋੜਾ ਬਹੁਤਾ ਸਵੇਰੇ ਘੰਟਾ ਕੋ ਵੀ ਰੱਖ ਲਓ ਤੇ ਜਾਂ ਕੋਰਾ ਵੀ ਇੱਥੇ ਨਹੀਂ ਪੈਂਦਾ ਜੀ। ਮੈਲਬੌਰਨ ਸਿਡਨੀ ਦੇ ਵਿੱਚ ਬਹੁਤ ਠੰਡ ਪੈਂਦੀ ਆ, ਟ੍ਰੋਪੀਕਲ ਸੀਜ਼ਨ ਹੈ ਥੋੜਾ ਜਿਹਾ ਇੱਥੇ ਦਾ, ਪਰ ਫਿਰ ਵੀ ਸਿਆਲਾਂ ਨੂੰ ਅਸੀਂ ਆਨੰਦ ਮਾਣਦੇ ਹਾਂ ਖਾਸ ਤੌਰ ਤੇ ਕੁਈਨਸਲੈਂਡ ਨੂੰ, ਕਿਉਂਕਿ ਧੁੱਪ ਬਹੁਤ ਵਧੀਆ ਲੱਗਦੀ ਹੈ। ਉਹ ਧੁੰਦ ਵੀ ਮੈਨੂੰ ਲੱਗਦਾ ਦਲਜੀਤ ਜੀ ਕਿਤੇ ਨਾ ਕਿਤੇ ਸਾਡੀ ਆਪਣੀ ਦੇਣ ਆ, ਕਿਉਂਕਿ ਜੇਕਰ ਆਪਾਂ ਇਹਨਾਂ ਦੇਸ਼ਾਂ ਦੀ ਗੱਲ ਕਰੀਏ ਤੇ ਇੱਥੇ ਵੀ ਕੁਦਰਤ ਉਹੀ ਆ ਜਿਹੜੀ ਪੰਜਾਬ 'ਚ ਵੱਸਦੀ ਆ। ਪਰ ਪੰਜਾਬ ਦੇ ਵਿੱਚ ਜਿਹੜੀਆਂ ਸਾਡੇ ਕੋਲ ਗੱਡੀਆਂ ਤੇ ਜਿਹੜੀਆਂ ਉਹ ਧੂੰਆਂ ਮਾਰਦੀਆਂ ਨਾ, ਅਸੀਂ 20 ਰੁਪਏ ਦਾ ਲੈ ਕੇ ਪੋਲਿਊਸ਼ਨ ਸਰਟੀਫਿਕੇਟ ਤਾਂ ਬਣਵਾ ਲੈਂਦੇ ਆ, ਪਰ ਜੋ ਪੋਲਿਊਸ਼ਨ ਉਹ ਕਰਦੀਆਂ ਆ ਉਹਦੇ ਨਾਲ ਉਹ ਜਿਹੜੀ ਏਅਰ ਪੋਲਿਊਸ਼ਨ ਜਾਂ ਜੋ ਜਿੱਦਾਂ ਦੀ ਸਾਡੀ ਏਅਰ ਦੀ ਕੁਆਲਿਟੀ ਆ ਉਹਦੇ ਨਾਲ ਉਹ ਧੁੰਦ ਦਾ ਕਾਫੀ ਗੂੜਾ ਜਿਹੜਾ ਸੰਬੰਧ ਆ। ਦੇਖੋ ਹੁਣ ਤਾਂ ਅੱਗੇ ਤਾਂ ਠੰਡ ਸਿਰਫ ਉਹ ਅਸਲ ਵਿੱਚ ਧੁੰਦ ਕਿਉਂ ਪੈਂਦੀ ਹੁੰਦੀ ਸੀ ਵੀ ਜਦੋਂ ਗਰਮ ਉਧਰੋਂ ਠੰਡ ਜ਼ਿਆਦਾ ਹੋ ਜਾਂਦੀ ਆ, ਥੱਲੇ ਧਰਤੀ ਜਿਹੜੀ ਆ ਗਰਮੈਸ਼ ਛੱਡਦੀ, ਉਹਦੇ ਨਾਲ ਉਹ ਬਾਸ਼ਪੀਕਰਨ ਜਿਹਨੂੰ ਆਪਾਂ ਕਹਿ ਦਿੰਦੇ ਤੇ ਉਹ ਹੋ ਜਾਂਦਾ ਸੀ। ਪਰ ਤੁਹਾਡੀ ਗੱਲ ਸਹੀ ਆ ਵੀ ਅੱਜ ਕੱਲ੍ਹ ਤਾਂ ਪੋਲੂਸ਼ਨ ਦੇ ਨਾਲ ਵੀ ਕਲਾਊਡ ਬਣਦੇ ਆ। ਪੋਲੂਸ਼ਨ ਦੇ ਨਾਲ ਇੰਨਾ ਜ਼ਿਆਦਾ ਹੋ ਗਿਆ ਕਿ ਦੇਖਣ ਦੀ ਕੁਆਲਿਟੀ ਬਹੁਤ ਘੱਟ ਗਈ। ਅੱਜ ਵੀ ਜੇ ਤੁਸੀਂ ਮੌਸਮ ਬਿਊਰੋ ਦੇ ਉੱਤੇ ਚੈੱਕ ਕਰੋ ਤੇ ਮੌਸਮ ਦੇ ਵਿੱਚ ਬਹੁਤ ਲੋ ਕੁਆਲਿਟੀ ਏਅਰ ਦੱਸੀ ਜਾਂਦੀ ਆ ਪੰਜਾਬ ਦੀ ਜਾਂ ਦਿੱਲੀ ਦੀ, ਤੇ ਉਹ ਤੋਂ ਫਿਰ ਸੋਚਣ ਨੂੰ ਵੀ ਬਣਦਾ ਆ ਵੀ ਸਾਨੂੰ ਇਹਨਾਂ ਗੱਲਾਂ ਦੇ ਉੱਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਬਿਲਕੁਲ। ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਕਿ ਇਸ ਕੁਦਰਤ ਨੇ ਸਾਨੂੰ ਬਹੁਤ ਕੁਛ ਦਿੱਤਾ ਹੈ ਤੇ ਸਾਡਾ ਵੀ ਜਿਹੜਾ ਫਰਜ਼ ਆ ਉਹ ਇਸ ਕੁਦਰਤ ਦੀ ਸੰਭਾਲ ਕਰਨੀ ਆ, ਕਿਉਂਕਿ ਕਹਿੰਦੇ ਹੁੰਦੇ ਪਰਮਾਤਮਾ ਜਿਹੜਾ ਹੈ ਉਹ ਕੁਦਰਤ 'ਚ ਵੱਸਦਾ। ਸੋ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ ਉਹਨੂੰ ਅਸੀਂ ਪਛਾਣੀਏ ਤੇ ਉਹਦੇ ਤੋਂ ਭੱਜੀਏ ਨਾ। ਜਿਹੜੀਆਂ ਅਸੀਂ ਜ਼ਿੰਮੇਵਾਰੀਆਂ ਕੁਦਰਤ ਪ੍ਰਤੀ ਨਿਭਾ ਸਕਦੇ ਹਾਂ ਉਹ ਜ਼ਰੂਰ ਨਿਭਾਈਏ। ਤੇ ਦਲਜੀਤ ਜੀ, ਚੱਲੀਏ ਆਪਾਂ ਖਬਰਾਂ ਵੱਲ। ਤੇ ਖਬਰਾਂ ਦੀ ਸ਼ੁਰੂਆਤ ਮੈਂ ਕਰਨੀ ਚਾਹੂੰਗਾ ਜੀ ਖੇਡਾਂ ਦੇ ਮਹਾਂਕੁੰਭ ਤੋਂ।
ਟੋਕੀਓ ਦੇ ਵਿੱਚ 올림픽ਸ ਚੱਲ ਰਹੀਆਂ ਆ, ਜਿਹਦੇ ਵਿੱਚ ਸਾਡੀ ਕਰਮ ਭੂਮੀ ਜਿਹੜੀ ਆਸਟ੍ਰੇਲੀਆ ਆ ਉਹ ਕਾਫੀ ਚੰਗਾ ਕਰ ਰਹੀ ਆ। ਉਹਨੇ 6 ਗੋਲਡ ਹੁਣ ਤੱਕ ਜਿੱਤ ਲਏ ਤੇ ਨਾਲ ਦੀ ਨਾਲ ਸਾਡੀ ਭਾਰਤ ਦੀ ਟੀਮ ਉਹਦੇ ਹਿੱਸੇ ਦਾ ਇੱਕ ਅਜੇ ਸਿਲਵਰ ਮੈਡਲ ਹੀ ਆਇਆ, ਪਰ ਜਿਹੜੀ ਹਾਕੀ ਟੀਮ ਆ ਉਹਦੀ ਕਾਫੀ ਤਾਰੀਫ ਹੋ ਰਹੀ ਆ। ਦੇਖੋ ਇਹ ਜਦੋਂ ਵੀ ਕੋਈ ਗੇਮਸ ਹੁੰਦੀਆਂ, ਚਾਹੇ ਏਸ਼ੀਅਨ ਗੇਮਸ ਹੁੰਦੀਆਂ, ਕਾਮਨਵੈਲਥ ਗੇਮਸ ਹੁੰਦੀਆਂ ਜਾਂ 올림픽ਸ ਹੁੰਦੀਆਂ, ਉਸ ਵੇਲੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਧਿਆਨ ਦਿੰਦੇ ਆ ਤੇ ਅਸੀਂ ਫਿਰ ਕੰਪੈਰੀਜ਼ਨ ਕਰਦੇ ਆ ਦੇਸ਼ਾਂ ਦਾ ਵੀ ਦੇਖੋ ਆਸਟ੍ਰੇਲੀਆ ਮੂਹਰੇ ਨਿਕਲ ਗਿਆ, ਚਾਈਨਾ ਮੂਹਰੇ ਨਿਕਲ ਗਿਆ, ਨਿਊਜ਼ੀਲੈਂਡ ਮੂਹਰੇ ਨਿਕਲ ਗਿਆ, ਜਾਂ ਛੋਟੇ ਛੋਟੇ ਦੇਸ਼ ਆ ਯੂਰਪ ਦੇ, ਜਰਮਨੀ ਵਗੈਰਾ, ਇਟਲੀ ਵਗੈਰਾ ਜਾਂ ਜਾਪਾਨ ਵਰਗੇ ਛੋਟੇ ਦੇਸ਼ ਜਿਹੜੇ ਆ ਉਹ ਸਾਡੇ ਤੋਂ ਕਿਤੇ ਮੂਹਰੇ ਨਿਕਲ ਜਾਂਦੇ ਆ। ਫਿਰ ਅਸੀਂ ਕੰਪੈਰੀਜ਼ਨ ਕਰਦੇ ਆ, ਫਿਰ ਆਪਣਿਆਂ ਨੂੰ ਕੋਸਦੇ ਆ। ਪਰ ਅਸੀਂ ਉਹ ਜਿਹੜੇ ਵਕਵਾ ਆ ਜਿਸ ਮੌਕੇ ਦੇ ਉੱਤੇ ਤਿਆਰੀਆਂ ਕਰਨੀਆਂ ਹੁੰਦੀਆਂ, ਅਸੀਂ ਖਿਡਾਰੀਆਂ ਨੂੰ ਤਾਂ ਕਹਿੰਦੇ ਆ ਕਿ ਸਾਡੇ ਖਿਡਾਰੀ ਬਹੁਤ ਮਾੜੇ ਆ ਜੀ, ਇਹ ਕਿਸੇ ਵੀ ਰੱਖ ਲਓ ਫੀਲਡ ਦੇ ਵਿੱਚ। ਹੁਣ ਤੁਸੀਂ ਹਾਕੀ ਦੀ ਗੱਲ ਕੀਤੀ ਆ, ਪੰਜਾਬ ਦੇ ਵਿੱਚ ਹਾਕੀ ਜਿਹੜੀ ਆ ਉਹਦੇ ਲਈ ਇੱਕ ਸਪੈਸ਼ਲ ਗਰਾਊਂਡ ਚਾਹੀਦੀ ਆ ਜੀ, ਜਿਹਦੇ ਲਈ ਉਹ ਮੈਟ ਵਿਛਾਇਆ ਜਾਂਦਾ, ਉਹਦੇ ਉੱਤੇ ਖੇਡਿਆ ਜਾਂਦਾ। ਤੁਸੀਂ ਪੰਜਾਬ ਦੇ, ਅਸੀਂ ਕਹੀ ਤਾਂ ਜਾਂਦੇ ਜੀ ਪੰਜਾਬ ਦੇ ਇੰਨੇ ਖਿਡਾਰੀ ਆ, ਇਹ ਪੰਜਾਬ ਦੀਆਂ ਟੀਮ ਆ, ਅਸੀਂ ਬੜਾ ਬੂਸਟ ਕਰਦੇ ਆ, ਪਰ ਜੇ ਇੱਕ ਪਿੰਡ ਦੇ ਬੱਚੇ ਨੇ ਹਾਕੀ ਖੇਡਣੀ ਆ ਉਹਦੇ ਲਈ ਗਰਾਊਂਡ ਕਿੱਥੇ ਆ ਜੀ? ਤੁਸੀਂ ਇਹ ਦੇਖੋ ਕਿ ਜਲੰਧਰ ਪੂਰੇ ਜ਼ਿਲ੍ਹੇ ਦੇ ਵਿੱਚ ਇੱਕ ਜਲੰਧਰ ਸਾਨੂੰ ਮਿਲਣੀ ਆ ਜੀ, ਬਠਿੰਡੇ ਵਗੈਰਾ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਇੱਧਰਲੇ ਕਿਤੇ ਇਲਾਕੇ ਦੇ ਵਿੱਚ ਕਿੰਨੀਆਂ, ਤੁਸੀਂ ਰਿਸਰਚ ਕਰਕੇ ਦੇਖਿਓ ਪੰਜਾਬ ਦੇ ਵਿੱਚ ਕਿੰਨੀਆਂ ਗਰਾਊਂਡਸ ਬਣਾਈਆਂ ਹੋਈਆਂ। ਹੋਰ ਤਾਂ ਗੱਲਾਂ ਅਸੀਂ ਬਹੁਤ ਕਰਦੇ ਹਾਂ, ਟਰੈਕ ਦੀ ਗੱਲ ਕਰ ਲਓ ਕਿ ਟਰੈਕ ਅਸੀਂ ਦੌੜਾਂ ਲਾਉਣੀਆਂ ਆ, ਅਸੀਂ ਕਹਿੰਦੇ ਆ ਵੀ ਐਥਲੈਟਿਕਸ ਦੇ ਵਿੱਚ ਅਸੀਂ ਬਹੁਤ ਪਿੱਛੇ ਆ। ਕਿਉਂ ਪਿੱਛੇ ਆ? ਸਾਡੇ ਕੋਲ ਜੈਵਲਿਨ ਥਰੋ ਦੇ ਲਈ ਗਰਾਊਂਡ ਹੀ ਨਹੀਂ ਹੁੰਦੀ। ਬਿਲਕੁਲ ਹਰ ਸਕੂਲ ਦੇ ਵਿੱਚ ਇੱਕ ਨਾਂ ਦੀ ਗਰਾਊਂਡ ਦਿੱਤੀ ਜਾਂਦੀ ਆ, ਇੱਕੋ ਹੀ ਗਰਾਊਂਡ, ਉਹਦੇ ਵਿੱਚ ਕੀ ਆ, ਉਹ ਜਿਹੜੇ ਟੀਚਰ ਹੁੰਦੇ ਆ ਉਹਨਾਂ ਦੇ ਕੋਲ ਆਪਸ਼ਨ ਇਹ ਹੋਰ ਨਹੀਂ ਕੋਈ ਹੁੰਦੀ, ਉਹਦੇ ਵਿੱਚ ਇੱਕ ਕਬੱਡੀ ਦੀ ਉਹ ਵਿਚਾਰੇ ਗਰਾਊਂਡ ਬਣਾ ਦਿੰਦੇ ਆ, ਕਬੱਡੀ ਦੀ ਬਣਾ ਦਿੰਦੇ ਆ ਜਾਂ ਖੋ ਖੋ ਦੀ ਬਣਾ ਦਿੰਦੇ ਆ, ਹੋਰ ਉਹ ਕੀ ਕਰਨ? ਹੁਣ ਜਿਹੜੀਆਂ ਬੈਡਮਿੰਟਨ ਆ ਉਹਦੇ ਵਿੱਚ ਹੀ ਬੈਡਮਿੰਟਨ ਬਣਾ ਦਿੰਦੇ ਆ। ਬੈਡਮਿੰਟਨ ਦੇ ਵਿੱਚ ਜਿਹੜੇ ਨਿਆਣੇ ਉੱਥੇ ਖੇਡ ਰਹੇ ਆ, ਸਟੂਡੈਂਟ ਖੇਡ ਰਹੇ ਆ, ਉਹ ਜਿਹੜੀ ਸ਼ਟਰ ਹੁੰਦੀ ਆ ਉਹ ਹਵਾ ਦੇ ਨਾਲ ਉਧਰ ਨੂੰ ਜਾਂਦੀ, ਹਵਾ ਦੇ ਨਾਲ ਉਹ ਖਿੱਚਦੀ, ਉਹ ਤਾਂ ਇਨਡੋਰ ਗੇਮਸ ਆ। ਸਾਡੇ ਪੰਜਾਬ ਦੇ ਵਿੱਚ ਸਕੂਲ ਦੱਸੋ ਤੁਸੀਂ ਪਿੰਡਾਂ ਦੇ ਵਿੱਚ ਜਿੱਥੇ ਇਨਡੋਰ ਸਕੂਲ ਬਣਿਆ ਹੋਵੇ, ਜਿੱਥੇ ਕਿ ਉਹ ਜਿਹੜੀਆਂ ਇਨਡੋਰ, ਚਾਹੇ ਉਹ ਟੇਬਲ ਟੈਨਿਸ ਆ, ਚਾਹੇ ਉਹ ਬੈਡਮਿੰਟਨ ਆ, ਫਿਰ ਜਿੱਦਾਂ ਟੈਨਿਸ ਦੀਆਂ ਹੈਗੀਆਂ, ਟੈਨਿਸ ਦੀਆਂ ਗਰਾਊਂਡਾਂ ਦੱਸੋ ਕਿੱਥੇ ਆ ਜੀ? ਅੱਜ ਦਲਜੀਤ ਜੀ ਮੈਂ ਫੇਸਬੁੱਕ ਤੇ ਮੇਰੇ ਸਾਹਮਣੇ ਇੱਕ ਤਸਵੀਰ ਆਈ, ਉਹਦੇ ਵਿੱਚ 2 ਫੋਟੋਆਂ ਸੀਗੀਆਂ, ਗ੍ਰਾਫਿਕਲ ਫੋਟੋ ਜਿਹਨੂੰ ਆਪਾਂ ਕਾਰਟੂਨ ਕਹਿ ਦਿੰਦੇ ਹਾਂ, ਉੱਦਾਂ ਦੀ ਇੱਕ ਪਾਸੇ ਤੱਕੜੀ ਬਣੀ ਹੋਈ ਆ, ਤੱਕੜੀ ਦੇ ਵਿੱਚ ਇੱਕ ਪਾਸੇ ਕਿਤਾਬਾਂ ਨਾਲ ਉਹ ਤੱਕੜੀ ਭਰੀ ਹੋਈ ਆ, ਦੂਜੇ ਪਾਸੇ ਇੱਕੋ ਮੈਡਲ ਪਿਆ, ਤੇ ਜਿਹੜੀ ਉਹਦੇ ਨਾਲ ਦੂਸਰੀ ਤਸਵੀਰ ਲੱਗੀ ਸੀ ਉਹਦੇ ਵਿੱਚ ਇੱਕ ਬੰਨੇ ਤੱਕੜੀ ਦੇ ਵਿੱਚ ਮੈਡਲ ਹੀ ਮੈਡਲ ਪਏ ਆ ਤੇ ਦੂਸਰੇ ਬੰਨੇ ਖਾਲੀ ਆ। ਉਹਦੇ ਵਿੱਚ ਲਿਖਿਆ ਸੀ ਕਿ ਅਸੀਂ ਆਪਣਾ ਬੱਚਿਆਂ ਨੂੰ ਦੇਣੇ ਕੀ ਆ, ਅਸੀਂ ਸਕੂਲਾਂ ਦੇ ਵਿੱਚ ਕਿਤਾਬਾਂ ਦਾ ਬੋਝ, ਬੇਸ਼ੱਕ ਪੜ੍ਹਾਈ ਬਹੁਤ ਜ਼ਰੂਰੀ ਆ, ਅਸੀਂ ਇਸ ਤੋਂ ਮੁਨਕਰ ਨਹੀਂ ਹੁੰਦੇ, ਦੁਨਿਆਵੀ ਪੜ੍ਹਾਈ ਜਾਂ ਹੋਰ ਜਿਹੜੀਆਂ ਕਿਤਾਬਾਂ ਆ ਸਾਡੀ ਜ਼ਿੰਦਗੀ ਬਹੁਤ ਅਹਿਮ ਜਿਹੜਾ ਰੋਲ ਆ ਉਹ ਪਲੇ ਕਰਦੀਆਂ ਆ, ਪਰ ਉਹਦੇ ਨਾਲ ਨਾਲ ਉਹ ਤਸਵੀਰ ਆਪਣੇ ਆਪ 'ਚ ਇੱਕ ਬਹੁਤ ਵੱਡੀ ਜਿਹੜੀ ਦੁਕਾਨ, ਜਿਹੜਾ ਤੁਸੀਂ ਕਹਿ ਰਹੇ ਹੋ ਉਹ ਜਿਹੜਾ ਬਰਤਾਂਤ ਆ ਉਹ ਬੋਲ ਕੇ ਦੱਸ ਰਹੀ ਸੀ ਕਿ ਅਸੀਂ ਆਪਣੇ ਸਕੂਲਾਂ 'ਚ ਬੱਚਿਆਂ ਨੂੰ ਸਿਰਫ ਪੜ੍ਹਾਈ ਵੱਲ ਧਕੇਲਦੇ ਹਾਂ, ਅਸੀਂ ਆਪਣੇ ਖੇਡਾਂ ਦੇ ਨਾਂ 'ਤੇ ਉਹਨਾਂ ਨੂੰ ਕੁਛ ਨਹੀਂ ਦਿੰਦੇ। ਇੱਕ ਗੇਮਸ ਪੀਰੀਅਡ ਦਿੰਦੇ, ਉਹਦੇ ਵਿੱਚ ਵੀ ਕਦੀ ਅਸੀਂ ਟਿਊਸ਼ਨ ਜਾਂ ਬਹੁਤ ਕੁਛ ਉਹਨਾਂ 'ਤੇ ਇੱਕ ਪੜ੍ਹਾਈ ਦਾ ਬੋਝ ਪਾ ਦਿੰਦੇ ਹਾਂ, ਖੇਡਾਂ ਵੱਲ ਨਹੀਂ ਧੱਕਦੇ। ਪਰ ਜਦੋਂ ਅਸੀਂ ਖੇਡਾਂ ਹੁੰਦੀਆਂ ਤਾਂ ਅਸੀਂ ਐਕਸਪੈਕਟ ਬਹੁਤ ਕਰਦੇ ਹਾਂ ਕਿ ਸਾਡੇ ਦੇਸ਼ ਜਿਹੜਾ ਆ, ਭਾਰਤ ਦੇ ਜਿਹੜੇ ਖਿਡਾਰੀ ਆ ਉਹ ਮੈਡਲ ਜਿੱਤਣ, ਪਰ ਜਦੋਂ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਜਦੋਂ ਸਾਡਾ ਬੇਸ ਜਿਹੜਾ ਆ ਉਹ ਇੰਨਾ ਕਮਜ਼ੋਰ ਹੋਊਗਾ ਤਾਂ ਅਸੀਂ ਮੈਡਲਾਂ ਦੀ ਐਕਸਪੈਕਟੇਸ਼ਨ ਕਰ ਨਹੀਂ ਸਕਦੇ। ਦੇਖੋ ਮੈਂ ਤਾਂ ਫੇਰ ਵੀ ਸਲਾਮ ਕਰਦਾ ਉਹਨਾਂ ਨੂੰ ਜਿਹੜੇ ਫੇਰ ਵੀ ਹਰ ਸਾਲ ਕੋਈ ਨਾ ਕੋਈ ਮੈਡਲ 올림픽ਸ ਦੇ ਵਿੱਚ, ਜਿੱਥੇ ਦੁਨੀਆ ਸਾਰੀ ਜਾਂਦੀ ਆ ਜੀ, ਉੱਥੇ ਕੁਛ ਨਾ ਕੁਛ ਲੈ ਕੇ ਆਉਂਦੇ ਆ, ਖਾਲੀ ਹੱਥ ਨਹੀਂ ਆਉਂਦੇ, ਚਾਹੇ ਕਾਂਸੇ ਦਾ ਹੀ ਇੱਕ ਮੈਡਲ ਲੈ ਕੇ ਆਉਣ ਜੀ। ਹੁਣ ਉੱਥੇ ਤੁਸੀਂ ਦੇਖੋ ਕਿ ਇੱਕ ਪਿੰਡ ਦੇ ਵਿੱਚ, ਕਿਉਂਕਿ ਹਰ ਬੱਚਾ ਡਿਫਰੈਂਟ ਆ, ਹੋ ਸਕਦਾ ਉਹ ਟੇਬਲ ਟੈਨਿਸ ਦੇ ਵਿੱਚ ਬਹੁਤ ਵਧੀਆ ਹੋਵੇ, ਹੋ ਸਕਦਾ ਉਹ ਕ੍ਰਿਕਟ ਦੇ ਵਿੱਚ ਬਹੁਤ ਵਧੀਆ ਹੋਵੇ, ਹੋ ਸਕਦਾ ਉਹ ਹਾਕੀ ਦਾ ਬਹੁਤ ਵਧੀਆ ਹੋਵੇ ਪਲੇਅਰ ਜੀ, ਪਰ ਉੱਥੇ ਗਰਾਊਂਡ ਹੈਗੀ ਆ ਸਕੂਲ ਦੇ ਵਿੱਚ ਇੱਕ ਕਬੱਡੀ ਦੀ, ਉਹਨਾਂ ਦੇ ਕੋਲ, ਬੱਚਿਆਂ ਦੇ ਕੋਲ ਕਬੱਡੀ ਖੇਡਣ ਤੋਂ ਬਿਨਾਂ ਹੋਰ ਕੋਈ ਆਪਸ਼ਨ ਹੀ ਨਹੀਂ ਬਚਦੀ। ਅਸੀਂ ਉਹ ਬੱਚੇ ਦਾ, ਹੋ ਸਕਦਾ ਉਹਦਾ ਜਿਹੜਾ, ਜੇ ਅਸੀਂ ਉਹਨੂੰ ਕੋਈ ਆਪਸ਼ਨ, ਹੁਣ ਇੱਥੇ ਕੀ ਆ, ਇੱਥੇ ਬੱਚਿਆਂ ਨੂੰ ਦੇਖਿਆ ਜਾਂਦਾ, ਹਰ ਗੇਮਸ ਖਿਡਾਈ ਜਾਂਦੀ ਹੈ ਪ੍ਰਾਇਮਰੀ ਸਕੂਲਾਂ ਤੱਕ, ਉਹਨਾਂ ਨੂੰ ਆਪਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਹਰ ਥਾਂ ਖੇਡੋ। ਮੇਰੇ ਖਿਆਲ ਇੱਥੇ ਦਲਜੀਤ ਜੀ ਕੋਈ ਐਸਾ ਬੱਚਾ ਨਹੀਂ ਹੋਣਾ ਸਕੂਲਾਂ ਦੇ ਵਿੱਚ ਜਿਹਨੇ ਕੋਈ ਨਾ ਕੋਈ ਗੇਮ ਨਾ ਰੱਖੀ ਹੋਵੇ। ਬਹੁਤੇ ਬੱਚਿਆਂ ਨੇ ਤਾਂ 2-2 ਗੇਮਾਂ ਰੱਖੀਆਂ ਹੁੰਦੀਆਂ, ਬਹੁਤ ਜ਼ਿਆਦਾ। ਹਰ ਬੱਚੇ ਨੂੰ ਇੱਕ ਗੇਮ ਰੱਖਣ ਦਾ ਇੱਕ ਟ੍ਰੈਂਡ ਆ ਇੱਥੇ, ਬੱਚਿਆਂ ਦਾ ਵੀ ਤੇ ਮੇਰੇ ਖਿਆਲ ਬੱਚਿਆਂ ਦੇ ਮਾਪਿਆਂ ਦਾ ਵੀ ਇਹ ਬਹੁਤ ਧਿਆਨ ਹੁੰਦਾ ਕਿ ਅਸੀਂ ਆਪਣੇ ਬੱਚੇ ਨੂੰ ਕਿਹੜੀ ਗੇਮ ਦੇ ਵਿੱਚ ਪਾਉਣਾ ਹੈ। ਬਿਲਕੁਲ, ਤੇ ਉਹ ਪਹਿਲੇ ਜਿੱਦਾਂ 5ਵੀਂ ਤੱਕ ਆਪਣੇ ਬੱਚੇ ਜਿਹੜੇ ਇੱਥੇ ਆ ਉਹ ਖੇਡਦੇ ਆ ਸਾਰਾ ਕੁਝ, ਉਹ 5ਵੀਂ ਤੱਕ
ਸਪੈਸ਼ਲ ਜਿਹੜੇ ਇੰਸਟ੍ਰਕਟਰ ਆ ਉਹ ਇਹੀ ਦੇਖਦੇ ਆ ਕਿ ਬੱਚੇ ਦਾ ਇੰਟਰਸਟ ਕਿਸ ਗੇਮ ਦੇ ਵਿੱਚ, ਕਿਹਦੇ ਵਿੱਚ ਇਹ ਵਧੀਆ ਕਰ ਰਿਹਾ, ਕਿ ਇਹ ਜੈਵਲਿਨ ਥਰੋ ਦੇ ਵਿੱਚ ਬਹੁਤ ਵਧੀਆ, ਕਿ ਇਹਦੀ ਦੌੜ ਬਹੁਤ ਵਧੀਆ, ਕਿ ਇਹ ਕ੍ਰਿਕਟ ਦੇ ਵਿੱਚ ਬਹੁਤ ਵਧੀਆ। ਫਿਰ ਉਹ 6ਵੀਂ ਤੋਂ ਜਦੋਂ ਬੱਚਾ ਸਮਝਦਾਰ ਹੋ ਜਾਂਦਾ, ਜਿਹਨੂੰ ਪਤਾ ਲੱਗਦਾ ਕਿ ਮੇਰਾ ਇੰਟਰਸਟ ਕੀ ਆ, ਹੁਣ ਮੈਂ ਇਹਦੇ ਵਿੱਚ ਵਧੀਆ ਕਰ ਸਕਦਾ, ਟੀਚਰ ਵੀ ਉਹਨੂੰ ਗਾਈਡ ਕਰਦੇ ਆ। ਫਿਰ ਉਹਨੂੰ ਬਕਾਇਦਾ ਜਿਹੜਾ ਪੇਰੈਂਟਸ ਨੂੰ ਵੀ ਕਿਹਾ ਜਾਂਦਾ, ਇੱਥੇ ਪ੍ਰਾਈਵੇਟ ਵੀ ਬਹੁਤ ਸਸਤੀ ਕੀਮਤ ਦੇ ਉੱਤੇ ਟ੍ਰੇਨਰ ਮਿਲ ਜਾਂਦੇ ਆ, ਤੇ ਉੱਥੇ ਜਾ ਕੇ ਤੁਸੀਂ ਫਿਰ ਆਪਣੇ ਪੰਜਾਬੀ ਜਿਹੜੇ ਇੱਥੇ ਆਏ ਹੋਏ ਆ, ਇੱਕ ਇਹ ਮੈਂ ਦੋਸ਼ ਦਊਂਗਾ ਸਾਡੇ ਲੋਕਾਂ ਨੂੰ ਵੀ, ਸਾਡੇ ਲੋਕ ਉੱਥੇ ਵਿਹਲੇ ਬੈਠੇ ਆ, ਉਹਨਾਂ ਨੇ ਬੱਚਿਆਂ ਦੇ ਲਈ ਕੁਝ ਨਹੀਂ ਕਰਦੇ, ਉੱਥੇ ਤਾਸ਼ਾ ਖੇਡੀ ਜਾਣਗੇ ਪਿੰਡ ਦੇ ਵਿੱਚ ਬੈਠੇ। ਪਰ ਇੱਥੇ ਦੇ ਜਿਹੜੇ ਲੋਕ ਆ, ਸਾਡੇ ਲੋਕ ਜਿਹੜੇ ਉੱਥੇ ਤਾਸ਼ਾ ਖੇਡਦੇ ਹੀ ਆਏ ਆ, ਇੱਥੇ ਆ ਕੇ ਉਹ ਵੀਕਐਂਡ ਦੇ ਉੱਤੇ ਚਾਹੇ ਕੋਈ ਫੁੱਟਬਾਲ ਦਾ ਇੱਥੇ ਕਲੱਬ ਬਣਾ ਕੇ ਬੈਠੇ ਆ ਪੰਜਾਬੀ, ਚਾਹੇ ਹਾਕੀ ਦਾ ਇੱਥੇ ਕਲੱਬ ਬਣਾ ਕੇ ਬੈਠੇ ਆ, ਚਾਹੇ ਬਾਸਕਟਬਾਲ ਦਾ ਕਲੱਬ ਇੱਥੇ ਬਣਿਆ ਹੋਇਆ, ਉਹ ਬੱਚਿਆਂ ਦੇ ਲਈ ਬਣਾਇਆ ਗਿਆ। ਤੇ ਇੱਥੇ ਬੱਚੇ ਇੰਨੇ ਵਧੀਆ ਆ, ਤੇ ਤੁਸੀਂ ਇੱਥੋਂ ਕੈਲਮਬੇਲ ਕਲੱਬ ਆਪਣੇ ਇੱਥੇ ਹੈਗਾ ਪੰਜਾਬੀਆਂ ਦਾ ਬਣਿਆ ਹੋਇਆ, ਤੇ ਉਹਨਾਂ ਦੇ ਜਿਹੜਾ ਫੁੱਟਬਾਲ ਦਾ ਇੱਕ ਬੱਚਾ ਆ ਉਹ ਨੈਸ਼ਨਲ ਲੈਵਲ ਤੱਕ ਖੇਡ ਰਿਹਾ। ਤੇ ਇਦੋਂ ਵੱਡੀ ਸਾਡੇ ਲਈ ਮਾਣ ਕੀ ਹੋ ਸਕਦਾ। ਬਿਲਕੁਲ ਦੋਸਤੋ, ਇਹ ਜਿਹੜੇ ਆ ਬਹੁਤ ਵੱਡੇ ਸਵਾਲ ਆ। ਅਸੀਂ ਆਪਣੇ ਬੱਚਿਆਂ ਤੋਂ ਐਕਸਪੈਕਟ ਕਰਦੇ ਹਾਂ, ਆਪਣੇ ਦੇਸ਼ ਤੋਂ ਐਕਸਪੈਕਟ ਕਰਦੇ ਹਾਂ ਕਿ ਸਾਡੇ ਦੇਸ਼ ਜਿਹੜਾ ਆ ਭਾਰਤ ਖੇਡਾਂ ਦੇ ਵਿੱਚ ਚੰਗਾ ਕਰੇ, ਪਰ ਉਹਦੇ ਲਈ ਸਾਨੂੰ ਵੀ ਕੋਈ ਨਾ ਕੋਈ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ। ਸਾਡੀਆਂ ਸਰਕਾਰਾਂ ਇਹਨਾਂ ਦੇਸ਼ਾਂ ਤੋਂ, ਇਹਨਾਂ ਦੇਸ਼ਾਂ ਵੱਲ ਦੇਖਣ, ਉਹਨਾਂ ਤੋਂ ਕੁਝ ਸਿੱਖਣ, ਤੇ ਨਾਲ ਦੀ ਨਾਲ ਸਾਡੇ ਲੋਕ ਵੀ ਬਹੁਤ ਕੁਝ ਸਿੱਖ ਸਕਦੇ ਆ। ਜਿੱਦਾਂ ਦਲਜੀਤ ਜੀ ਹੁਣਾਂ ਨੇ ਕਿਹਾ ਕਿ ਇੱਥੇ ਅਸੀਂ ਆਪ ਸਰਕਾਰਾਂ ਤੋਂ ਬਿਨਾਂ ਹੀ ਆਪ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ। ਇੱਦਾਂ ਆਪਾਂ ਉੱਥੇ ਬਹੁਤ ਸਾਰੀਆਂ ਥਾਵਾਂ ਤੇ ਪੈਸੇ ਸੁੱਟਦੇ ਆ, ਲਾਉਂਦੇ ਆ, ਸਾਡੇ ਕੋਲ ਬਹੁਤ ਸਾਰਾ ਪੈਸਾ, ਅਸੀਂ ਉਹਨਾਂ ਨੂੰ ਕਿਸੇ ਚੰਗੀ ਥਾਂ ਤੇ ਬੱਚਿਆਂ ਦੀ ਭਵਿੱਖ ਲਈ ਇਨਵੈਸਟ ਕਰ ਸਕਦੇ ਆ, ਬੱਚਿਆਂ ਦੇ ਭਵਿੱਖ ਤੇ ਇਨਵੈਸਟ ਕਰ ਸਕਦੇ ਆ, ਤਾਂ ਜੋ ਜਿਹੜੀਆਂ ਇਹ ਕਮੀਆਂ ਸਾਡੀਆਂ ਸਰਕਾਰਾਂ ਵੱਲੋਂ ਕਿਤੇ ਨਾ ਕਿਤੇ ਰਹਿ ਜਾਂਦੀਆਂ ਆ, ਉਹ ਅਸੀਂ ਪੂਰੀਆਂ ਕਰ ਸਕੀਏ। ਦਲਜੀਤ ਜੀ, ਇੱਥੇ ਜੇ ਮੈਂ ਟਿੱਪਣੀ ਦੀ ਗੱਲ ਕਰਾਂ ਤਾਂ ਉਹਨਾਂ ਆਰ.ਕੇ. ਕੁਮਾਰ ਹੋਣਾ ਨੇ ਇੱਕ ਸਵਾਲ ਕੀਤਾ, ਇੱਕ ਟਿੱਪਣੀ ਇੱਥੇ ਤੇ ਕੀਤੀ ਹੈ ਕਿ ਉਹ ਕਹਿੰਦੇ ਕਿ ਭਾਰਤ ਦੇ ਵਿੱਚ ਇਹ ਜਿਹੜਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਡੇ ਜਿਹੜੇ ਪਲੇਅਰ ਵਿਨ ਕਰਨ, ਮੈਡਲ ਵਿਨ ਕਰਨ, ਪਰ ਜਿਹੜਾ ਬੰਦਾ ਮੈਡਲ ਵੀ ਵਿਨ ਕਰਦਾ ਉਹਦੀ ਵੀ ਪੁੱਛ ਗਿੱਛ ਨਹੀਂ ਹੁੰਦੀ ਸਰਕਾਰਾਂ ਵੱਲੋਂ, ਉਹ ਵੀ ਦਿਹਾੜੀਆਂ ਕਰਨ 'ਤੇ ਮਜਬੂਰ ਹੋ ਜਾਂਦਾ ਆ। ਕਿ ਉਹਨਾਂ ਨੇ ਗੱਲ ਕੀਤੀ ਕਿ ਜਿਹੜੇ ਕ੍ਰਿਕਟਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਵਧਾਵਾ ਦਿੱਤਾ ਜਾਂਦਾ। ਜਿੱਦਾਂ ਉਹਨਾਂ ਨੇ ਧੋਨੀ ਦੀ ਗੱਲ ਕੀਤੀ ਕਿ ਉਹ ਆਲਰੇਡੀ ਕਰੋੜਾਂ 'ਚ ਕਮਾ ਰਿਹਾ, ਪਰ ਉਹਨੂੰ ਜੋਬ ਵਗੈਰਾ ਦਿੱਤੀ ਜਾਂਦੀ ਆ, ਪਰ ਬਾਕੀ ਸਾਡੇ ਜਿਹੜੇ ਦੂਸਰੇ ਖਿਡਾਰੀ ਉਹਨਾਂ ਨੂੰ ਇੰਨੀ ਜਿਹੜੀ ਪ੍ਰੋਤਸਾਹਨ ਨਹੀਂ ਮਿਲਦਾ। ਉਹਦਾ ਕਾਰਨ ਇਹ ਆ ਕਿ ਅਸੀਂ ਜਿੱਤਣਾ ਹੀ ਜਾਣਦੇ ਹਾਂ। ਜਿਹੜੀ ਇੱਕ ਸਪੋਰਟਸਮੈਨਸ਼ਿਪ ਜਿਹੜੀ ਹੁੰਦੀ ਭਾਵਨਾ, ਉਹ ਸਾਡੇ ਵਿੱਚ ਮਨਫੀ ਆ। ਸਾਨੂੰ 6ਵੀਂ ਜਮਾਤ ਦੇ ਵਿੱਚ ਸਰੀਰਕ ਸਿੱਖਿਆ ਦੀ ਕਿਤਾਬ ਇੱਕ ਲੱਗ ਜਾਂਦੀ ਹੁੰਦੀ ਸੀ, ਉਹ 'ਚ ਦੱਸਿਆ ਜਾਂਦਾ ਸੀ ਕਿ ਜਿਹੜਾ ਸਪੋਰਟਸਮੈਨਸ਼ਿਪ ਆ ਉਹ ਹਾਰ ਤੋਂ ਕਦੀ ਘਬਰਾਉਂਦਾ ਨਹੀਂ, ਉਹ ਜਿੱਤਣ ਦੇ ਉੱਤੇ ਬਹੁਤੀ ਖੁਸ਼ੀ ਨਹੀਂ ਰੱਖਦਾ। ਇਸ ਕਰਕੇ ਸਪੋਰਟਸਮੈਨਸ਼ਿਪ ਜਿਹੜਾ ਬੰਦਾ ਆ ਉਹਨੂੰ ਨਾ ਤਾਂ ਕੋਈ ਹਾਰਟ ਅਟੈਕ ਹੁੰਦਾ। ਹਾਰਟ ਅਟੈਕ ਕਦੋਂ ਹੁੰਦਾ? ਜਦੋਂ ਤੁਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਆ ਜਾਂ ਬਹੁਤ ਜ਼ਿਆਦਾ ਗਮ ਵਿੱਚ ਚਲੇ ਜਾਂਦੇ ਆ। ਉਹਦੇ ਵਿੱਚ ਇਹੀ ਗੱਲਾਂ ਦੱਸੀਆਂ ਜਾਂਦੀਆਂ ਸੀ। ਪਰ ਸਾਨੂੰ ਕੀ ਸਿਖਾਇਆ ਜਾਂਦਾ? ਸਾਨੂੰ ਜਿੱਤਣਾ ਹੀ ਸਿਖਾਇਆ ਜਾਂਦਾ। ਅਸੀਂ ਹਾਰਨ ਵਾਲੇ ਬੰਦੇ ਨੂੰ ਬਹੁਤ ਹੇਟ ਕਰਦੇ ਹਾਂ। ਬਿਲਕੁਲ। ਜਦੋਂ ਤੱਕ ਅਸੀਂ ਹਾਕੀ ਜਿੱਤਦੇ ਰਹੇ, ਜਦੋਂ ਤੱਕ ਮੈਡਲ ਆਉਂਦੇ ਰਹੇ, ਸਾਡੀ ਉਸ ਵੇਲੇ ਤੱਕ ਜੀ ਪੰਜਾਬੀਆਂ ਦੀ ਮਾਂ ਖੇਡਿਆ ਜੀ ਇਹ ਜੀ ਪੰਜਾਬੀ ਖੇਡਦੇ ਆ ਜੀ, ਇਹਦੇ ਵਿੱਚ ਇਦਾਂ ਆ, ਬੱਲੇ ਬੱਲੇ ਕਰਾਈ ਰੱਖੀ ਹਾਕੀ ਦੀ। ਜਦੋਂ ਹਾਕੀ ਹਾਰਨ ਲੱਗ ਗਏ, ਸਾਡੇ ਲੋਕਾਂ ਨੇ ਉਹ ਹਾਕੀ ਦਾ ਕਦੀ ਨਾਂ ਵੀ ਨਹੀਂ ਲਿਆ। ਬੱਚਿਆਂ ਨੂੰ ਵੀ ਖੇਡਣੋਂ ਹਟਾ ਲਿਆ ਕਿ ਇਹ ਕਿਹੜੇ ਜਿੱਤਦੇ ਆ। ਜਦੋਂ ਕ੍ਰਿਕਟ ਹਾਰ ਰਹੇ ਸੀ, ਕੋਈ ਬੰਦਾ ਨਹੀਂ ਸੀ ਖਿਡਾਉਂਦਾ। ਇਹ ਤਾਂ 1998-99 ਤੋਂ ਇਹ ਕ੍ਰਿਕਟ ਤੁਸੀਂ ਪਿਛਲਾ ਕੱਢ ਕੇ ਕਿਤੇ ਦੇਖ ਲਿਓ, ਕੋਈ ਦੇਖਦਾ ਹੀ ਨਹੀਂ ਸੀ। 1983 ਦਾ ਜਦੋਂ ਵਰਲਡ ਕੱਪ ਜਿੱਤ ਲਿਆ, ਉਦੋਂ ਪਹਿਲਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਕ੍ਰਿਕਟ। ਇਹ ਤਾਂ ਸ਼ਾਹੀ ਲੋਕਾਂ ਦੀਆਂ ਨਿਸ਼ਾਨੀਆਂ ਸੀ। ਜਿੰਨੇ ਬੰਦੇ ਖੇਡਦੇ ਸੀ ਉਹ ਤਾਂ ਬਹੁਤ ਹਾਈ ਪ੍ਰੋਫਾਈਲ, ਗਰੀਬ ਬੱਚਾ ਥੋੜੀ ਕ੍ਰਿਕਟ ਖੇਡਦਾ ਸੀ। ਇੰਨੀ ਮਹਿੰਗੀ ਗੇਮ ਸੀ। ਇਹ ਤਾਂ ਗੋਰਿਆਂ ਦੀ, ਰਾਜੇ ਮਹਾਰਾਜਿਆਂ ਦੀ ਗੇਮਸ ਹੁੰਦੀ ਸੀ। ਜੇ ਪਹਿਲੀਆਂ ਵੀ ਤੁਸੀਂ ਗੱਲਾਂ ਕਰੋ ਤੇ ਮਹਾਰਾਜੇ ਖੇਡਦੇ ਸੀ ਇਹ, ਕਿਉਂਕਿ ਐਕਸਪੈਂਸਿਵ ਬਹੁਤ ਸੀ। ਇਹਨੂੰ ਤਾਂ ਅਸੀਂ ਆਪਣੀ ਖੇਡ ਹੀ ਨਹੀਂ ਮੰਨਦੇ ਸੀ। ਪਰ ਜਦੋਂ ਜਿੱਤਣ ਲੱਗੇ, ਜਿੱਤਣ ਤੋਂ ਬਾਅਦ ਸਾਡੇ ਲੋਕਾਂ ਨੇ ਇਹਨੂੰ ਪਲਕਾਂ ਦੇ ਉੱਤੇ ਚੱਕ ਲਿਆ, ਕਿਉਂਕਿ ਸਾਨੂੰ ਜਿੱਤਣਾ ਹੀ ਚੰਗਾ ਲੱਗਦਾ। ਹੁਣ ਅੱਜ ਤੁਸੀਂ ਰੱਖ ਲਓ, ਭਾਰ ਤੋਲਣ ਦੀ ਹੋ ਗਈ ਆ ਗੱਲ। ਇਹ ਤੋਂ ਬਾਅਦ ਹੁਣ ਆ ਜਿੱਤ ਕੇ ਅਸੀਂ ਆਏ ਆ ਮੈਡਲ, ਇਹ ਤੋਂ ਬਾਅਦ ਤੁਸੀਂ ਦੇਖੋ ਬਹੁਤ ਸਾਰੇ NGO ਹੁਣ ਖੜੇ ਹੋ ਜਾਣੇ, ਇਹਨਾਂ ਨੇ ਭਾਰ ਤੋਲਣ ਦੇ ਉੱਤੇ ਜ਼ੋਰ ਦੇ ਦੇਣਾ। ਬਿਲਕੁਲ। ਜਦੋਂ ਸਾਡੇ ਇੱਥੋਂ ਨਿਸ਼ਾਨੇਬਾਜ਼ ਇੱਕ ਜਿੱਤ ਕੇ ਆਏ ਆ, ਅਸੀਂ ਉਹਨਾਂ ਦੇ ਦੁਆਲੇ ਹੋ ਗਏ ਵੀ ਜੀ ਨਿਸ਼ਾਨੇਬਾਜ਼ੀ ਦੀਆਂ ਅਕੈਡਮੀਆਂ ਬਹੁਤ ਖੋਲ ਲਈਆਂ। ਪਰ ਜਦੋਂ ਨਿਸ਼ਾਨੇਬਾਜ਼ੀ ਦਾ ਅਗਲੀ ਵਾਰ ਮੈਡਲ ਨਹੀਂ ਆਇਆ, ਸਾਡਾ ਜਿਹੜਾ ਡਾਊਨ ਹੋ ਗਿਆ ਸਾਰਾ ਕੁਝ। ਉਸ ਤੋਂ ਬਾਅਦ ਅਸੀਂ ਉਹਦੇ ਉੱਤੇ ਕੰਮ ਹੀ ਨਹੀਂ ਕੀਤਾ। ਇਸ ਕਰਕੇ ਪਹਿਲਾਂ ਸਾਨੂੰ ਆਪਣੀ ਸੋਚ ਸੁਧਾਰਨੀ ਪੈਣੀ ਹੈ। ਖੇਡ ਜਿਹੜਾ ਮੈਡਲ ਦੇ ਲਈ ਨਹੀਂ, ਪਾਰਟੀਸਪੇਸ਼ਨ ਜਿਹੜੀ ਆ ਬਹੁਤ ਵੱਡੀ ਗੱਲ ਹੈ। ਬਿਲਕੁਲ। ਸਰਕਾਰਾਂ ਦੇ ਉਂਗਲਾਂ ਚੁੱਕਣ ਦੇ ਨਾਲ ਨਾਲ ਸਾਨੂੰ ਆਪਣੀ ਸੋਚ ਵੀ ਬਦਲਣੀ ਪੈਣੀ ਆ ਦੋਸਤੋ, ਤੇ ਸਰਕਾਰਾਂ ਨੂੰ ਵੀ ਸਕੂਲਾਂ ਦੇ ਨਾਲ ਨਾਲ ਇਹ ਤਾਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਕੰਮ ਆ ਉਹ ਕਰਨੇ ਬਣਦੇ ਆ। ਦਲਜੀਤ ਜੀ, ਅਗਲੀ ਗੱਲ ਵੱਲ ਜਾਣ ਤੋਂ ਪਹਿਲਾਂ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਦਲਵੀਰ ਸਿੰਘ ਹਲਵਾਰਵੀ ਹੁਣੀ, ਮੇਜਰ ਹੇਅਰ ਹੁਣੀ, ਉਹਨਾਂ ਦੀ ਟਿੱਪਣੀਆਂ ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ, ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ।
ਅੱਗੇ ਚੱਲਣ ਤੋਂ ਪਹਿਲਾਂ ਦਲਜੀਤ ਜੀ, ਪੰਜਾਬ ਦੀ ਪੋਲੀਟਿਕਸ 'ਤੇ ਗੱਲ ਕਰਨ ਤੋਂ ਪਹਿਲਾਂ ਮੈਂ ਥੋੜ੍ਹੀ ਗੱਲ ਕਿਸਾਨ ਅੰਦੋਲਨ ਦੀ ਕਰਨੀ ਚਾਹੂੰਗਾ, ਕਿਉਂਕਿ ਪਿਛਲੇ 7-8 ਮਹੀਨਿਆਂ ਤੋਂ ਸਾਡੇ ਜਿਹੜੇ ਬਾਬੇ ਦਾਦੇ ਆ ਉਹ ਦਿੱਲੀ ਦੀਆਂ ਜੂਹਾਂ 'ਤੇ ਬੈਠੇ ਹੋਏ ਆ। ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਉਹਨਾਂ ਨੂੰ, ਕੰਡਿਆਲੀ ਤਾਰਾਂ ਕੀਤੀਆਂ ਗਈਆਂ, ਬੈਰੀਕੇਡਿੰਗ ਕੀਤੀ ਗਈ, ਮੀਂਹ ਤੂਫਾਨ ਹਰ ਚੀਜ਼ ਨੇ ਉਹਨਾਂ ਨੂੰ ਪਰਖਿਆ, ਪਰ ਸਾਡੇ ਬਾਬਿਆਂ ਨੇ ਜਿਹੜਾ ਹੱਠ ਨਹੀਂ ਹਾਰਿਆ। ਇੱਕ ਵਾਰੀ 26 ਜਨਵਰੀ ਤੋਂ ਬਾਅਦ ਇੰਝ ਲੱਗਦਾ ਸੀ ਕਿ ਕਿਸਾਨੀ ਘੋਲ ਆ, ਕਿਸਾਨੀ ਅੰਦੋਲਨ ਥੱਲੇ ਨੂੰ ਜਾ ਰਿਹਾ ਆ, ਗੱਲ ਹੋਣੀ ਇੱਕ ਸਮੇਂ 'ਤੇ ਬੰਦ ਹੋ ਗਈ ਸੀ, ਪਰ ਉਹ ਇੱਕ ਵਾਰ ਫਿਰ ਤੋਂ ਜਿਹੜੀ ਕਿਸਾਨੀ ਅੰਦੋਲਨ ਚਰਚਾ ਦੇ ਵਿੱਚ ਆਇਆ, ਕਿਉਂਕਿ ਸੰਸਦ ਦੇ ਬਾਹਰ ਇੱਕ ਕਿਸਾਨਾਂ ਦਾ ਆਪਣਾ ਸੰਸਦ ਚੱਲ ਰਿਹਾ। ਕਿੱਦਾਂ ਦੇਖਦੇ ਹੋ? ਦੇਖੋ, ਜੇ ਆਪਾਂ ਕਹੀਏ 26 ਜਨਵਰੀ ਤੋਂ ਬਾਅਦ ਨੋ ਡਾਊਟ 5-6 ਦਿਨ ਜ਼ਰੂਰ ਹੋਇਆ, ਉਹਦੇ ਵਿੱਚ ਸਾਡੀਆਂ ਆਪਣੀਆਂ ਅਣਗਹਿਲੀਆਂ ਸੀ ਕਿ ਸਾਡੇ ਇੱਕ ਪੰਜਾਬੀਆਂ ਦੇ ਵਿੱਚ ਇਹ ਬਹੁਤ ਫਿਤਰਤ ਆ ਕਿ ਅਸੀਂ ਆਪਣੇ ਖਿੱਤੇ ਨੂੰ ਲੈ ਕੇ ਤੁਰ ਪੈਂਦੇ ਜੀ, ਅਸੀਂ ਆਪਣੇ ਪੰਜਾਬ ਨੂੰ ਲੈ ਕੇ ਚੱਲ ਪੈਂਦੇ, ਅਸੀਂ ਕਦੀ ਹਿੰਦੁਸਤਾਨ ਨੂੰ ਲੈ ਕੇ ਜਦੋਂ ਅਸੀਂ ਮਾਨਫੀ ਕਰ ਦਿੰਦੇ ਹਾਂ ਹਿੰਦੁਸਤਾਨ, ਅਸੀਂ ਵੱਡਾ ਹਲਕਾ ਨਹੀਂ ਮੰਨਦੇ। ਅਸੀਂ ਇਹ ਨਹੀਂ ਕਹਿੰਦੇ ਕਿ ਹਿੰਦੁਸਤਾਨ ਨੂੰ ਅਸੀਂ ਪੰਜਾਬ ਬਣਾਵਾਂਗੇ ਜੀ, ਅਸੀਂ ਆਪਣੇ ਪੰਥ ਲੈ ਕੇ ਤੁਰ ਪੈਂਦੇ ਹਾਂ, ਅਸੀਂ ਆਪਣੇ ਵੱਖਰਾ ਹੀ ਕੰਮ ਕਰਨਾ ਚਾਹੁੰਦੇ ਹਾਂ। ਹੁਣ ਉੱਥੇ ਜਿਹੜੀ ਕੁਛ ਕੁ ਘਾਟ ਰਹਿ ਗਈ ਆ, ਜੇ ਹੁਣ ਦੇਖੋ ਹਰਿਆਣਾ ਦੇ ਜਿਹੜੇ ਅਜੇ ਹਰਿਆਣਾ ਦੇ ਨਾਲ ਨਾ ਹੁੰਦੇ ਤਾਂ ਸ਼ਾਇਦ ਅਸੀਂ ਕੰਮ ਹੀ ਨਾ ਇੰਨਾ ਕਰ ਪਾਉਂਦੇ। ਯੂਪੀ ਤੋਂ ਜਿਹੜੇ ਰਕੇਸ਼ ਟਕੈਤ ਹੋਣੀ ਹੈ, ਜਿੰਨਾ ਉਹਨਾਂ ਨੇ ਮੋਰਚਾ ਸਾਂਭਿਆ ਹੋਇਆ ਆ, ਜੇ ਉਹ ਨਾ ਹੁੰਦੇ ਤੇ ਸ਼ਾਇਦ ਇਹ ਮੋਰਚਾ ਇੱਥੇ ਤੱਕ ਪਹੁੰਚਦਾ ਹੀ ਨਾ, ਜੇ ਅਸੀਂ ਇਕੱਲੇ ਪੰਜਾਬੀ ਹੁੰਦੇ। ਇਸ ਕਰਕੇ ਪੂਰੇ ਹਿੰਦੁਸਤਾਨ ਦੀ ਅਸੀਂ ਭਾਵਨਾ ਲੈ ਕੇ ਪਹਿਲਾਂ ਤਾਂ ਚੱਲੀਏ ਜੀ, ਪਰ ਦੂਜੇ ਪਾਸੇ ਤੁਸੀਂ ਕਿਹਾ ਵੀ ਗੱਲੇ ਕਰਨੀ ਬੰਦ ਹੋਈ, ਇਦਾਂ ਦਾ ਕਦੀ ਨਹੀਂ ਹੋਇਆ ਜੀ। ਅਸਲ ਦੇ ਵਿੱਚ ਅੰਦੋਲਨ ਪਹਿਲਾਂ ਵਾਂਗੂ ਅਜੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਕਿਉਂ ਥੋੜਾ ਜਿਹਾ ਖਬਰਾਂ ਦੇ ਵਿੱਚ ਘੱਟ ਹੋ ਗਿਆ ਸੀ। ਇੱਕ ਤਾਂ ਤੁਹਾਨੂੰ ਪਤਾ ਵੀ ਕਣਕ ਦੀ ਵਾਢੀ ਸੀ। ਨਹੀਂ, ਮੇਰਾ ਗੱਲ ਨਾ ਕਰਨ ਤੋਂ ਮਤਲਬ ਇਹੀ ਸੀ ਦਲਜੀਤ ਜੀ ਕਿ ਪਹਿਲੋਂ ਤਾਂ ਜਦੋਂ ਸਟਾਰਟ ਹੁੰਦਾ ਆ ਜਾਂ ਜਦੋਂ ਸਾਡੇ ਬਾਬਿਆਂ ਨੂੰ ਬੈਠਿਆਂ ਨੂੰ ਉੱਥੇ ਮਹੀਨਾ ਹੋ ਜਾਂਦਾ ਜਾਂ ਤਾਂ ਹਰ ਮੀਡੀਆ ਚੈਨਲ ਉੱਥੇ ਪਹੁੰਚ ਜਾਂਦਾ ਆ, ਉੱਥੇ ਕੱਲੀ ਲੰਗਰ ਦੀ ਤਸਵੀਰ, ਹਰ ਚੀਜ਼ ਉੱਥੋਂ ਦੀ ਸਾਰਾ ਦਿਨ ਦੀ ਰਿਪੋਰਟਿੰਗ ਹੁੰਦੀ ਆ। ਪਰ ਬਾਅਦ ਚੋਂ ਇੱਕ ਟਾਈਮ ਇੱਦਾਂ ਦਾ ਹੁੰਦਾ ਕਿ ਪੂਰੇ ਮੀਡੀਆ ਉੱਧਰੋਂ ਮੂੰਹ ਮੋੜ ਲੈਂਦਾ ਆ, ਕੋਈ ਗੱਲ ਨਹੀਂ ਹੁੰਦੀ। ਸਾਡੇ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਆ ਉਹਨਾਂ 'ਤੇ ਵੀ ਅਸੀਂ ਗੱਲ ਕਰਨੀ ਬੰਦ ਕਰ ਦਿੰਦੇ ਆ। ਮੇਰਾ ਮਤਲਬ ਸੀ ਕਿ ਕਿਤੇ ਨਾ ਕਿਤੇ ਉਹ ਜਿਹੜੀ ਇੱਕ ਵਾਰੀ ਦੁਬਾਰਾ ਗੱਲ ਤੁਰੀ ਹੈ। ਨਹੀਂ, ਉਹਦੇ ਵਿੱਚ ਇਹ ਹੈ ਕਿ ਕਿਸਾਨ ਜਿਹੜੇ ਲੀਡਰ ਸੀਗੇ ਸੰਯੁਕਤ ਮੋਰਚੇ ਦੇ, ਜਿਨ੍ਹਾਂ ਦੇ ਵਿੱਚ 40 ਯੂਨੀਅਨਸ ਹੈਗੀਆਂ, ਉਹਨਾਂ ਨੇ ਕੋਈ ਪਲਾਨ ਹੀ ਨਹੀਂ ਸੀ ਦਿੱਤਾ। ਪਲਾਨ ਇਸ ਕਰਕੇ ਨਹੀਂ ਸੀ ਦਿੱਤਾ ਕਿ ਕਣਕ ਦੀ ਵਾਢੀ ਸੀ ਜੀ। ਹੁਣ ਅਸੀਂ ਪਲਾਨ ਦੇ ਦਈਏ ਤੇ ਬਾਅਦ ਵਿੱਚ ਕਣਕ ਸਾਡੀ ਖਰਾਬ ਹੋ ਜਾਵੇ, ਸਾਡੇ ਕੋਲ ਤਾਂ ਇਨਕਮ 6 ਮਹੀਨਿਆਂ ਦੀ ਉਹੀ ਆ ਕਿ ਜਿਹੜੇ ਆ ਲੋਕ ਆ ਉਹ ਆਪਣੀ ਕਣਕ ਜਿਹੜੀ ਆ ਸਾਂਭ ਲੈਣ, ਮੰਡੀਆਂ ਦੇ ਵਿੱਚ ਸੈੱਟ ਦੇਣ, ਪੈਸੇ ਆਪਣੇ ਲੈ ਕੇ ਆ ਜਾਣ। ਉਸ ਤੋਂ ਬਾਅਦ ਨਾਲੇ ਝੋਨੇ ਦੀ ਬਿਜਾਈ, ਫਿਰ ਗਰਮੀ ਬਹੁਤ ਜ਼ਿਆਦਾ, ਦਿੱਲੀ ਦੀ ਗਰਮੀ ਜਿਹੜੀ ਆ ਪੰਜਾਬ ਨਾਲੋਂ ਵੀ ਮਾਰੂ ਆ ਕਿਉਂਕਿ ਇੰਡਸਟਰੀਅਲ ਇਲਾਕਾ, ਤੇ ਉੱਥੇ ਜਿਹੜਾ ਝੋਨੇ ਦੀ ਲਵਾਈ ਦੇ ਉੱਤੇ ਤੁਹਾਨੂੰ ਪਤਾ ਬਹੁਤ ਜ਼ਿਆਦਾ, ਫਿਰ ਬਿਜਲੀ ਦੇ ਕੱਟ, ਤੇ ਝੋਨਾ ਇਦਾਂ ਦਾ ਆ ਵੀ ਬੀਜ ਕੇ ਤੁਸੀਂ ਵਿਹਲੇ ਨਹੀਂ ਹੋ ਸਕਦੇ, ਤੁਸੀਂ ਉਹਦੇ ਉੱਤੇ ਬਹੁਤ ਸੰਭਾਲ ਰੱਖਣੀ ਪੈਂਦੀ ਆ, ਖਾਸ ਤੌਰ ਤੇ ਪਹਿਲੇ 2-3 ਮਹੀਨੇ ਜੀ। ਤੇ ਇਸ ਕਰਕੇ ਉਹਨਾਂ ਨੇ ਕੋਈ ਪਲਾਨ ਨਹੀਂ ਦਿੱਤਾ। ਪਰ ਹੁਣ ਜਦੋਂ ਲੱਗਦਾ ਆ ਵੀ ਝੋਨਾ ਵੀ ਹੁਣ ਥੋੜਾ ਜਿਹਾ ਜੜ ਫੜ ਗਿਆ ਆ, ਥੋੜਾ ਜਿਹਾ ਈਜ਼ੀ ਹੋ ਜਾਂਦਾ, ਹੁਣ ਸਿਰਫ ਪਾਣੀ ਤੇ ਲੋੜ ਹੁੰਦੀ ਆ, ਤੇ ਉਸ ਵੇਲੇ ਉਹਨਾਂ ਨੇ ਪਲਾਨ ਦੇਣਾ ਸ਼ੁਰੂ ਕਰ ਦਿੱਤਾ ਤੇ ਪਾਰਲੀਮੈਂਟ ਉਹਨਾਂ ਨੇ ਆਪਣੀ ਚਲਾਈ ਆ ਜੀ। ਇਹ ਇੱਕ ਮੌਕ ਚੀਜ਼ ਹੁੰਦੀ ਆ, ਕੀ ਹੁੰਦੀ ਕਿ ਜਿਹੜਾ ਕਿਸੇ ਦੀ ਚੀਜ਼ ਦਾ ਕਾਪੀ ਕਰਨਾ, ਕਿ ਜਦੋਂ ਸਾਡੇ ਅਸਲੀ ਜਿਨ੍ਹਾਂ ਨੂੰ ਕੰਮ ਦਿੱਤਾ ਆ ਪਾਰਲੀਮੈਂਟ ਦਾ, ਜਦੋਂ ਉਹ ਨਾ ਕੰਮ ਕਰਦੇ ਹੋਣ, ਕਈ ਅੱਗੇ ਨਕਲਚੀ ਹੁੰਦੇ ਸੀ ਜੀ। ਨਕਲਚੀ ਦਾ ਕੰਮ ਕੀ ਹੁੰਦਾ ਸੀ, ਜਾਂ ਤੁਸੀਂ ਸ਼ੇਕਸਪੀਅਰ ਪੜ੍ਹਿਆ ਹੋਣਾ, ਸ਼ੇਕਸਪੀਅਰ ਦੇ ਜਦੋਂ ਆਪਾਂ ਨਾਟਕ ਪੜ੍ਹਦੇ ਆ, ਨਾਟਕ ਦੇ ਵਿੱਚ ਇੱਕ ਉਹਦਾ ਕਰੈਕਟਰ ਆ ਫੂਲ ਜੀ। ਫੂਲ ਜਿੱਦਾਂ ਆਪਾਂ ਆਪਣੇ ਪੰਜਾਬੀ ਦੇ ਵਿੱਚ ਭੰਡ ਕਹਿ ਲਈਏ ਜੀ, ਉਹ ਜਿਹੜਾ ਫੂਲ ਆ ਉਹ ਕੀ ਕੰਮ ਕਰਦਾ ਹੁੰਦਾ ਸੀ, ਉਹ ਨਕਲ ਲਾਉਂਦਾ ਸੀ ਜੀ। ਉਹ ਸਿਰਫ ਦੱਸਦਾ ਹੁੰਦਾ ਸੀ, ਰਾਜੇ ਦਾ ਹੁੰਦਾ ਸੀ, ਰਾਜਾ ਜਾਨੀ ਉਹ ਕਰਦਾ ਉਹ ਫਨ ਹੁੰਦਾ ਸੀ ਜੀ। ਪਰ ਉਹਦਾ ਮੇਨ ਕੰਮ ਕੀ ਹੁੰਦਾ ਸੀ ਕਿ ਰਾਜੇ ਦੇ ਕੋਲੋਂ ਜਿਹੜੀਆਂ ਚੀਜ਼ਾਂ ਕਹਿ ਲਓ ਕਿ ਨਹੀਂ ਪਹੁੰਚਦੀਆਂ, ਉਹ ਫੂਲ ਹਾਸੇ ਦੇ ਵਿੱਚ ਪਹੁੰਚਾਉਂਦਾ ਹੁੰਦਾ ਸੀ, ਉਹਦੀ ਨਕਲ ਲਾ ਦੇਣੀ। ਉਹ ਫਿਰ ਰਾਜੇ ਨੂੰ ਪਤਾ ਲੱਗ ਜਾਂਦਾ ਸੀ ਉਹ ਵੀ ਇਹ ਕੋਈ ਗੱਲ ਹੈਗੀ ਆ। ਬਿਲਕੁਲ ਉਸੇ ਤਰੀਕੇ ਦੇ ਨਾਲ ਇਹ ਮੋਕਿੰਗ ਚੱਲ ਰਹੀ ਆ ਜੀ। ਇੱਥੇ ਪਾਰਲੀਮੈਂਟ ਦੇ ਵਿੱਚ ਜਦੋਂ ਨਲਾਇਕ ਬੰਦੇ ਅੰਦਰ ਬੈਠੇ ਆ, ਜਿਨ੍ਹਾਂ ਨੂੰ ਕਿਸੇ ਆਮ ਬੰਦੇ ਦਾ ਪਤਾ ਹੀ ਨਹੀਂ ਵੀ ਕੀ ਕਰ ਰਹੇ ਆ, ਤਾਂ ਅਸੀਂ ਬਾਹਰ ਜਿਹੜਾ ਕੰਮ ਤੁਹਾਡਾ ਆ ਅਸੀਂ ਤੁਹਾਨੂੰ ਕਰਕੇ ਦਸੀਏ ਜੀ। ਤੇ ਸਭ ਤੋਂ ਵੱਡੀ ਜਿਹੜੀ ਮੈਨੂੰ ਵਧੀਆ ਗੱਲ ਲੱਗੀ ਆ ਉਹ ਖਾਸ ਤੌਰ ਤੇ ਔਰਤਾਂ ਦੀ ਜਿਹੜੀ ਲੱਗੀ ਆ, ਕਿ ਜਿਹੜੇ ਔਰਤਾਂ ਬੈਠੀਆਂ ਆ ਖਾਸ ਤੌਰ ਦੇ ਉੱਤੇ, ਅੱਜ ਤੱਕ ਅਸੀਂ ਕਹਿੰਦੇ ਕਿ ਔਰਤਾਂ ਨੂੰ ਅੱਜ ਵੀ ਅਸੀਂ ਘਰ ਪਰਿਵਾਰ ਤੱਕ ਹੀ ਸੀਮਿਤ ਰੱਖਿਆ ਜੀ। ਸਾਡੇ ਜਿਹੜੇ ਪਹਿਲੇ ਆਜ਼ਾਦੀ ਘੁਲਾਟੀਏ ਵੀ ਹੋਏ ਆ, ਜਾਂ ਜਿੰਨੇ ਵੀ ਪਹਿਲਾਂ ਦੇਸ਼ ਦੇ ਜਿਹੜੀ ਪਹਿਲੀ ਕੈਬਨਿਟ ਵੀ ਹੋਈ ਆ, ਉਹਦੇ ਵਿੱਚ ਬੜੇ ਸਿੰਸੀਅਰ ਲੋਕ ਸੀਗੇ, ਉਹਨਾਂ ਨੇ ਕਿਹਾ ਸੀ ਕਿ ਔਰਤਾਂ ਦੀ ਸ਼ਮੂਲੀਅਤ ਬਹੁਤ ਜ਼ਿਆਦਾ ਜ਼ਰੂਰੀ ਆ ਦੇਸ਼ ਦੇ ਵਿਕਾਸ ਵਾਸਤੇ। ਹੁਣ ਇਹਨਾਂ ਨੇ ਇੱਕ ਜਿਹੜੀ ਆ ਔਰਤ ਸੰਸਦ ਵੀ ਚਲਾਈ ਆ, ਖਾਸ ਤੌਰ ਤੇ ਉਸ ਵੇਲੇ ਜਦੋਂ ਅਸੀਂ ਇਹ ਕਿਹਾ ਸੀ ਕਿ 33% ਜਿਹੜੀ ਰਿਜ਼ਰਵੇਸ਼ਨ ਆ ਜੀ ਉਹ ਸਾਨੂੰ ਦੇਣੀ ਚਾਹੀਦੀ ਆ ਔਰਤਾਂ ਨੂੰ,
ਔਰਤਾਂ ਜਿਹੜੀਆਂ ਆ ਕਿਉਂਕਿ ਉਹਨਾਂ ਦੇ ਆਪਣੇ ਮਸਲੇ ਆ ਜੀ, ਜਿਹੜਾ ਆਦਮੀ ਆ ਉਹ ਸਿਰਫ ਆਪਣੇ ਬਾਰੇ, ਹਰ ਇੱਕ ਦਾ ਇਹ ਹੁੰਦਾ ਉਹ ਆਪਣੇ ਬਾਰੇ ਸੋਚ ਸਕਦਾ। ਔਰਤਾਂ ਨੂੰ ਡਿਸੀਜਨ ਕਿਉਂ ਨਹੀਂ ਲੈਣੇ ਚਾਹੀਦੇ? ਬਿਲਕੁਲ ਇਸੇ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਵੀ ਚਲਾਇਆ, ਉਹਦੇ ਵਿੱਚ ਬਹੁਤ ਵਧੀਆ ਗੱਲਾਂ ਹੋਈਆਂ। ਇਹ ਜਿਹੜੇ ਕਾਨੂੰਨ ਆ ਇਹਨਾਂ ਦੇ ਉੱਤੇ ਗੱਲਾਂ ਬਾਤਾਂ ਹੋਈਆਂ, ਨੋ ਡਾਊਟ ਇਹਦੇ ਉੱਤੇ ਬਹੁਤ ਸਾਰਾ ਅਜੇ ਕੰਮ ਕਰਨ ਦੀ ਲੋੜ ਹੈ। ਪਰ ਦਲਜੀਤ ਜੀ ਪਹਿਲਾਂ ਤਾਂ ਚਾਹੇ ਸਾਡੇ ਰਾਜਨੇਤਾ ਚਾਹੇ ਜੋ ਮਰਜ਼ੀ ਕਰਦੇ ਹੋਣ, ਪਰ ਪਿਛਲੇ 8-9 ਮਹੀਨਿਆਂ ਤੋਂ ਜਦੋਂ ਦਾ ਇਹ ਅੰਦੋਲਨ ਸ਼ੁਰੂ ਹੋਇਆ, ਸਾਡੇ ਲੀਡਰਾਂ ਨੂੰ ਇਹ ਪਤਾ ਲੱਗ ਗਿਆ ਕਿ ਜੇ ਅਸੀਂ ਰਾਜ ਸੱਤਾ ਭੋਗਣੀ ਆ ਤਾਂ ਸਾਨੂੰ ਕਿਸਾਨਾਂ ਦੀ ਗੱਲ ਕਰਨੀ ਪੈਣੀ ਆ। ਕਾਂਗਰਸ ਜਿਹੜੀ ਆ ਉਹ ਗੁਰਜੀਤ ਔਜਲਾ ਹੋਣੀ ਤੇ ਰਵਨੀਤ ਬਿੱਟੂ ਹੋਣੀ, ਉਹਨਾਂ ਨੇ ਸੰਸਦ ਦੇ ਵਿੱਚ ਧਰਨਾ ਲਾ ਲਿਆ। ਭਗਵੰਤ ਮਾਨ ਹੁਣਾਂ ਨੇ ਜਿਹੜਾ ਕੰਮ ਰੋਕੂ ਮਤਾ 6 ਵਾਰੀ ਪੇਸ਼ ਕਰਤਾ, ਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਵਾਲੇ ਆ ਬਾਦਲ ਹੋਣੀ, ਬਾਦਲ ਪਾਰਟੀ ਜਿਹੜੀ ਆ ਉਹ ਵੀ ਇਹਨਾਂ ਤੇ ਗੱਲਬਾਤ ਕਰ ਰਹੀ ਆ। ਪਰ ਜਿਹੜੀ ਇਸ ਵਕਤ ਕੇਂਦਰ ਦੇ ਵਿੱਚ ਸਰਕਾਰ ਆ ਜਿਹਦੇ ਨਾਲ ਅਸਲੀ ਜਿਹਦਾ ਵਿਰੋਧ ਹੋ ਰਿਹਾ, ਜਿਹੜੇ ਬਿੱਲ ਲੈ ਕੇ ਆਉਣ ਦੇ ਵਿੱਚ ਜ਼ਿੰਮੇਵਾਰ ਆ, ਉਹ ਅਜੇ ਵੀ ਆਪਣੇ ਸਰਾਣੇ ਥੱਲੇ ਬਾਂਹ ਦੇ ਕੇ ਸੁੱਤੇ ਹੋਏ ਆ। ਉਹ ਬਿਲਕੁਲ ਹੀ ਕੋਈ ਗੱਲਬਾਤ ਨਹੀਂ ਕਰ ਰਹੇ। ਇਹਦਾ ਕਾਰਨ ਕੀ ਲੱਗਦਾ? ਉਹਦਾ ਕਾਰਨ ਇਹ ਹੈ ਕਿ ਜਿਹੜੇ ਵਿਰੋਧ ਵੀ ਕਰ ਰਹੇ ਆ ਰਵਨੀਤ ਬਿੱਟੂ ਵਰਗੇ ਚਾਹੇ ਔਜਲਾ ਵਰਗੇ, ਜੀ ਜੇ ਭਾਜਪਾ ਨਾ ਲੈ ਕੇ ਆਉਂਦੀ ਇਹੀ ਕਾਨੂੰਨ ਕਾਂਗਰਸ ਨੇ ਲੈ ਕੇ ਆਉਣੇ ਸੀ ਜੀ, ਫਿਰ ਇਹਨਾਂ ਲੋਕਾਂ ਨੇ ਇਹਨਾਂ ਨੂੰ ਡਿਫੈਂਡ ਕਰਦੇ ਫਿਰਨਾ ਸੀ, ਇਹੀ ਭਾਜਪਾ ਦੇ ਲੋਕਾਂ ਨੇ ਵਿਰੋਧ ਕਰਨਾ ਸੀ। ਇਹ ਕੋਈ ਚੀਜ਼ ਇਦਾਂ ਨਹੀਂ ਹੈਗੀ ਕਿ ਮੋਦੀ ਗੌਰਮੈਂਟ ਲੈ ਕੇ ਆ ਗਈ ਹੈ ਜੀ, ਇਹ ਬਹੁਤ ਚਿਰ ਤੋਂ ਇੱਕ ਕੰਮ ਚੱਲ ਰਿਹਾ ਸੀ। ਜੇ ਇਸ ਵੇਲੇ ਕਾਂਗਰਸ ਵੀ ਹੁੰਦੀ ਉਹਨਾਂ ਨੇ ਵੀ ਲੈ ਕੇ ਆਉਣੇ ਸੀ। ਅਸਲ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਇਹ ਆਪਣੀ ਖੱਲ ਬਚਾਉਂਦੀਆਂ, ਇਹਨਾਂ ਨੇ ਆਪਣੇ ਆਪ ਨੂੰ ਡਿਫੈਂਡ ਕਰਨਾ ਕਿ ਅਸੀਂ ਆਪਣੇ ਜਿਹੜੇ ਖਰਚੇ ਆ ਆਪਣੇ ਤਾਂ ਇਹਨਾਂ ਨੇ ਕੰਟਰੋਲ ਨਹੀਂ ਕਰਨੇ, ਕਿ ਜਿਹੜੇ ਲੋਕਾਂ ਦੀ ਉਹ ਰੋਜੀ ਰੋਟੀ ਆ ਨਾ ਉਹਨਾਂ ਨੂੰ ਕੋਈ ਅਲਟਰਨੇਟਿਵ ਦੇਣੇ। ਇਦਾਂ ਦੇ ਕਾਨੂੰਨ ਪਾਸ ਕਰ ਦਿਓ ਜਿਹਦੇ ਨਾਲ ਕਿ ਸਾਡਾ ਫਾਇਦਾ ਹੋ ਜਾਵੇ, ਅਸੀਂ ਹੋਰ ਜ਼ਿਆਦਾ ਪੈਸੇ ਇਕੱਠੇ ਕਰ ਲਈਏ ਤਾਂ ਕਿ ਅਗਲੀਆਂ ਇਲੈਕਸ਼ਨਸ ਦੇ ਵਿੱਚ ਪੈਸੇ ਦੇ ਜ਼ੋਰ ਤੇ ਅਸੀਂ ਜਿੱਤ ਕੇ ਆ ਜਾਈਏ। ਇਹ ਬਹੁਤ ਸਾਰੇ ਇਦਾਂ ਦੇ ਮੁੱਦੇ ਹੈਗੇ ਆ। ਹੁਣ ਤੁਸੀਂ ਦੇਖ ਲਓ ਵੀ ਅਕਾਲੀ ਉਨਾ ਚਿਰ ਤੱਕ ਇਹਨਾਂ ਦੇ ਹੱਕ ਵਿੱਚ ਬੋਲਦੇ ਰਹੇ, ਜਦੋਂ ਉਹਨਾਂ ਨੂੰ ਲੱਗਾ ਵੀ ਨਹੀਂ ਵੋਟ ਬੈਂਕ ਸਾਡਾ ਖੁੱਸ ਰਿਹਾ, ਉਹ ਇੱਕਦਮ ਹੀ ਵਿਰੋਧ ਦੇ ਵਿੱਚ ਆ ਗਏ, ਮਿਨਿਸਟਰੀ ਤੋਂ ਵੀ ਅਸਤੀਫਾ ਦੇ ਦਿੱਤਾ। ਤੇ ਉਹੀ ਜਿਹੜੇ ਕਾਂਗਰਸੀ ਆ, ਨੋ ਡਾਊਟ ਇਹਦੇ ਵਿੱਚ ਬਹੁਤ ਸਾਰੇ ਲੋਕ ਕਹਿ ਦਿੰਦੇ ਆ ਜੀ ਭਾਜਪਾ ਦਾ ਇਕੱਲਾ ਰੋਲ ਆ, ਇਹਦੇ ਵਿੱਚ ਕਾਂਗਰਸ ਦਾ ਵੀ ਬਰਾਬਰ ਦਾ ਇਹਦੇ ਵਿੱਚ ਰੋਲ ਹੈਗਾ। ਪਰ ਜਿੱਦਾਂ ਦਾ ਕਿਸਾਨ ਮੋਰਚੇ ਨੇ ਇਹ ਜਿਹੜੇ ਧਰਨੇ ਦੇਣ ਲੱਗੇ ਆ, ਇਹ ਵੈਸੇ ਨਹੀਂ ਦੇਣ ਲੱਗੇ। ਸੰਯੁਕਤ ਮੋਰਚੇ ਦੇ ਲੀਡਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਜੇ ਤੁਸੀਂ ਇਸ ਵੇਲੇ ਮੌਨਸੂਨ ਸੈਸ਼ਨ ਚੱਲ ਰਿਹਾ, ਜੇ ਤੁਸੀਂ ਐਤਕੀ ਵੀ ਮੂੰਹ 'ਚ ਘੁੰਗਣੀਆਂ ਪਾ ਕੇ ਅੰਦਰ ਬੈਠੇ ਰਹੇ, ਅਸੀਂ ਤੁਹਾਡਾ ਵੀ ਵਿਰੋਧ ਕਰਨਾ। ਤੁਸੀਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਜਿੱਦਾਂ ਭਾਜਪਾ ਦੇ ਲੀਡਰਾਂ ਦਾ ਅਸੀਂ ਵਿਰੋਧ ਕਰ ਰਹੇ ਹਾਂ, ਤੁਹਾਨੂੰ ਵੀ ਅਸੀਂ ਐਂਟਰ ਨਹੀਂ ਹੋਣ ਦੇਣਾ। ਹੁਣ ਤੁਸੀਂ ਆਪ ਦੇਖ ਲਓ, ਹੁਣ ਸੁਖਬੀਰ ਬਾਦਲ ਹੋਣੀ ਐਵੇਂ ਨਹੀਂ ਖੜ ਗਏ ਉੱਥੇ, ਜਦੋਂ ਇਹਨਾਂ ਨੇ ਦੇਖਿਆ ਵੀ ਹੁਣ 2022 ਦੀਆਂ ਇਲੈਕਸ਼ਨਸ ਆਉਣ ਵਾਲੀਆਂ, ਖਾਸ ਤੌਰ ਦੇ ਉੱਤੇ ਜਿਹੜਾ ਭਾਰਤੀ ਕਿਸਾਨ ਯੂਨੀਅਨ ਨੇ ਸੱਦਾ ਦਿੱਤਾ ਆ ਮਿਸ਼ਨ ਯੂਪੀ, ਉਸ ਤੋਂ ਬਾਅਦ ਸਰਕਾਰ ਹੋਰ ਵੀ ਜ਼ਿਆਦਾ ਡਰੀ ਹੋਈ, ਸਾਰੀਆਂ ਪਾਰਟੀਆਂ ਡਰੀਆਂ ਹੋਈਆਂ, ਕਿਉਂਕਿ ਜੋ ਕੁਛ ਹੋਇਆ ਉੱਥੇ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਲਈ, ਉਹਦੇ ਤੋਂ ਬਾਅਦ ਇਹ ਡਰੇ ਹੋਏ ਆ ਕਿ ਕਿਤੇ, ਕਿਉਂਕਿ ਯੂਪੀ ਇੱਕ ਬਹੁਤ ਵੱਡੀ ਸਟੇਟ ਆ, 40 ਦੇ ਲਗਭਗ ਲੋਕ ਸਭਾ ਦੀਆਂ ਸੀਟਾਂ ਆਉਂਦੀਆਂ, ਤੇ ਉਸ ਜੇ ਹਾਰ ਜਾਂਦੇ ਆ ਉਹਦੇ ਤੋਂ ਬਹੁਤ ਵੱਡਾ ਘਾਟਾ ਕਿਸੇ ਵੀ ਪਾਰਟੀ ਨੂੰ ਪੈਣਾ। ਇਸ ਕਰਕੇ ਵੋਟਾਂ ਦੀ ਰਾਜਨੀਤੀ ਕਰਦੇ ਆ। ਅਸਲ ਵਿੱਚ ਉਹ ਲੋਕ ਨੇ ਜਿਹੜੇ ਬਾਹਰ ਜਿਹੜੇ ਆਹ ਪਾਰਲੀਮੈਂਟ ਚਲਾ ਰਹੇ ਜੰਤਰ ਮੰਤਰ ਦੇ ਉੱਤੇ, ਕਿਸਾਨ ਜਿਹੜੇ ਲੋਕ ਜਿਨ੍ਹਾਂ ਨੂੰ ਆਪਣੀ ਰੋਜੀ ਰੋਟੀ ਦਾ ਫਿਕਰ ਪਿਆ ਹੋਇਆ, ਅਸਲ ਦੇ ਵਿੱਚ ਤਾਂ ਉਹਨਾਂ ਨੂੰ ਆ ਜਿਹੜੇ ਆਪਣੇ ਹਿੱਤਾਂ ਦੇ ਲਈ ਤੁਰੇ ਹੋਏ ਆ। ਜੀ ਬਿਲਕੁਲ, ਜਿਹੜੀ ਜੋ ਲੜਾਈ ਪਿਛਲੇ 7-8-10 ਮਹੀਨਿਆਂ ਤੋਂ ਚੱਲ ਰਹੀ ਆ, ਜਿੱਦਾਂ ਦਲਜੀਤ ਜੀ ਨੇ ਕਿਹਾ ਕਿ ਸਾਡੇ ਲੀਡਰ ਵੋਟਾਂ ਦੀ ਰਾਜਨੀਤੀ ਕਰਦੇ ਆ, ਤਾਂ ਮੇਰੀ ਬੀਜੇਪੀ ਨੂੰ ਵੀ ਜੇ ਚਾਹੇ ਸਾਡੀ ਆਵਾਜ਼ ਇੱਕ ਇਨਸਾਨ ਤੱਕ ਪਹੁੰਚੇ ਚਾਹੇ 10 ਇਨਸਾਨਾਂ ਤੱਕ, ਸਾਡਾ ਕੰਮ ਹੈ ਸਵਾਲ ਪੁੱਛਣਾ ਤੇ ਅਸੀਂ ਉਹ ਕਰਦੇ ਹਾਂ। ਇਹਦੇ ਲਈ ਇਸ ਕਰਕੇ ਮੇਰੀ ਅਪੀਲ ਬੀਜੇਪੀ ਨੂੰ ਵੀ ਇਹੀ ਆ ਕਿ ਵੋਟਾਂ ਦੀ ਰਾਜਨੀਤੀ, ਤੁਸੀਂ ਵੀ ਵੋਟਾਂ ਦੀ ਰਾਜਨੀਤੀ ਕਰਦੇ ਹੋ ਤੇ ਵੋਟਾਂ ਜਿਹੜੇ ਆ ਲੋਕ ਪਾਉਂਦੇ ਹੁੰਦੇ, ਇਸ ਲਈ ਲੋਕਾਂ ਦੇ ਹੱਕਾਂ ਦੀ ਗੱਲ ਸੋਚਣੀ ਕਰਨੀ ਤੁਹਾਡਾ ਫਰਜ਼ ਬਣਦਾ। ਜਦੋਂ ਤੁਸੀਂ ਕੇਂਦਰ ਦੀ ਸੱਤਾ ਤੇ ਕਾਬਜ ਹੋ ਤਾਂ ਤੁਹਾਡਾ, ਤੁਸੀਂ ਕਹਿੰਦੇ ਆ ਕਿ ਅਸੀਂ ਕਿਸਾਨ ਦੀ ਰੋਟੀ ਜਿਹੜੀ ਆ ਜਾਂ ਇਨਕਮ ਦੁੱਗਣੀ ਕਰ ਦੇਣੀ ਆ, ਉਹ ਪਤਾ ਨਹੀਂ ਤੁਸੀਂ ਕਿੱਦਾਂ ਕਰਨੀ ਹੈ, ਪਰ ਜੋ ਕੁਛ ਵੀ ਇਸ ਵੇਲੇ ਹੋ ਰਿਹਾ ਉਹਦੇ ਨਾਲ ਕਿਸਾਨ ਦੀ ਥਾਲੀ 'ਚ ਜਿਹੜੀ ਰੋਟੀ ਆ ਉਹ ਅੱਧੀ ਨਾਲੋਂ ਵੀ ਘੱਟ ਜ਼ਰੂਰ ਰਹਿ ਜਾਣੀ ਆ, ਜਿਸ ਤਰੀਕੇ ਨਾਲ ਇਹ ਜਿਹੜੇ ਲੌਜ਼ ਆ ਇਹ ਕੰਮ ਕਰਦੇ ਆ। ਦਲਜੀਤ ਜੀ, ਪ੍ਰੋਗਰਾਮ ਦਾ ਸਮਾਂ ਆਪਣਾ ਥੋੜ੍ਹਾ ਰਹਿ ਗਿਆ, ਤੇ ਆਪਾਂ ਜਿਹੜੀ ਗੱਲ, ਜਿਹੜਾ ਸਿਰਲੇਖ ਸੀਗਾ ਕਿ ਪੰਜਾਬ ਦੀ ਵਾਗਡੋਰ ਹਾਸ ਰਸ ਕਲਾਕਾਰਾਂ ਦੀ, ਇਹਦੀ ਥੋੜੀ ਵਿਆਖਿਆ ਕਰੋ, ਫਿਰ ਕਰਦੇ ਹਾਂ ਅਗਲੀ ਗੱਲ। ਦੇਖੋ, ਇਹ ਬੜਾ ਇੱਕ ਨਾਜ਼ੁਕ ਮੁੱਦਾ ਆ। ਖਾਸ ਤੌਰ ਤੇ ਪੰਜਾਬ ਬਹੁਤ ਜ਼ਿਆਦਾ ਇਸ ਵੇਲੇ ਸੰਕਟ ਦੇ ਵਿੱਚ ਘਿਰਿਆ ਹੋਇਆ। ਪੰਜਾਬ ਦੀ ਜੇ ਅਸੀਂ ਗੱਲ ਕਰੀਏ, ਪੰਜਾਬ ਜਿਹੜਾ ਕਿ 1981 ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ, 2000 ਦੇ ਵਿੱਚ ਆ ਕੇ GDP ਦੇ ਹਿਸਾਬ ਦੇ ਨਾਲ ਚੌਥੇ ਨੰਬਰ ਤੇ ਆ ਜਾਂਦਾ। ਚੌਥੇ ਨੰਬਰ ਤੇ ਚਲੋ ਅਸੀਂ ਠੀਕ ਆ, ਕਿਉਂਕਿ ਇੱਕ ਛੋਟਾ ਜਿਹਾ ਸੂਬਾ ਆ, ਪਰ ਤੁਸੀਂ ਦੇਖੋ ਵੀ 1981 ਦੇ ਵਿੱਚ ਪਹਿਲੇ ਨੰਬਰ ਦੇ ਉੱਤੇ, ਉਹਦਾ ਮੇਨ ਆਧਾਰ ਇਹ ਸੀ ਹਰੀ ਕ੍ਰਾਂਤੀ। 2000 ਦੇ ਵਿੱਚ ਚੌਥੇ ਨੰਬਰ ਤੇ।
ਖਾਸ ਤੌਰ ਤੇ 2010 ਤੋਂ ਲੈ ਕੇ 2017 ਤੱਕ ਸਭ ਸੈਕੰਡ ਸਲੋਐਸਟ ਜਿਹੜੀ ਇਕਨੋਮੀ ਇਹਦੀ ਚੱਲਦੀ ਸੀ। ਇੱਕ ਸਿਰਫ ਮਨੀਪੁਰ ਸਾਡੇ ਤੋਂ ਪਿੱਛੇ ਸੀ ਜਿਨ੍ਹਾਂ ਨੇ ਸਭ ਤੋਂ ਘੱਟ ਵਿਕਾਸ ਕੀਤਾ। ਕਹੇ ਤਾਂ ਰਹੇ ਆ ਜੀ ਵਿਕਾਸ ਦਾ ਅਸੀਂ ਰਾਜ ਕੀਤਾ, ਅਕਾਲੀ ਵੀ ਤੇ ਕਾਂਗਰਸ ਵੀ। ਇਹਨਾਂ ਨੇ 2010 ਤੋਂ 2017 ਤੱਕ ਇੱਕ ਕਛੂ ਕੁੰਮੇ ਦੀ ਚਾਲ ਚੱਲੀ। ਰਾਜ ਨਹੀਂ ਕੀਤਾ ਦਲਜੀਤ ਜੀ, ਸੇਵਾ ਕੀਤੀ। ਉਹ ਸੇਵਾ ਕਰਦੇ ਆ, ਸੇਵਾ ਪਤਾ ਨਹੀਂ ਕਿੱਦਾਂ ਦੀ ਕੀਤੀ ਆ। ਤੇ ਇਸ ਵੇਲੇ ਜਿਹੜਾ 2019-20 ਦੇ ਵਿੱਚ 16ਵੇਂ ਨੰਬਰ ਦੇ ਉੱਤੇ ਸਾਡੀ GDP ਆ ਗਈ ਆ। ਸਾਡੇ ਤੋਂ ਜਿਹੜੇ ਪਿੱਛੇ ਸੀ ਕਰਨਾਟਕਾ, ਮਹਾਰਾਸ਼ਟਰ, ਹਰਿਆਣਾ, ਕੇਰਲਾ, ਕਰਨਾਟਕ ਸਾਰੇ ਸਾਡੇ ਤੋਂ ਅੱਗੇ ਨਿਕਲ ਚੁੱਕੇ ਆ। ਹੈਰਾਨੀ ਦੀ ਗੱਲ ਇਹ ਆ ਕਿ ਜਿਹੜਾ ਹਰਿਆਣੇ ਦਾ ਇੱਕ ਵਸਨੀਕ ਆ ਸਾਡੇ ਨਾਲੋਂ 1.5 ਗੁਣਾ ਜਿਹੜਾ ਆ ਅਮੀਰ ਆ ਪੰਜਾਬ ਦੇ ਵਾਸੀ ਨਾਲੋਂ। ਫੇਰ ਤੁਸੀਂ ਦੇਖੋ ਕਿ ਹਿਮਾਚਲ ਤੇ ਜੰਮੂ ਕਸ਼ਮੀਰ ਉੱਥੇ ਦੀ ਜਿਹੜੀ ਇੰਡਸਟਰੀ ਆ ਸਾਡੇ ਨਾਲੋਂ ਜ਼ਿਆਦਾ ਵਿਕਾਸ ਕਰਦੀ ਆ, ਉਹ ਵੀ ਸਾਡੇ ਨਾਲੋਂ GDP ਦੇ ਮਾਮਲੇ ਦੇ ਵਿੱਚ ਅੱਗੇ ਚਲੇ ਗਈ। ਸਾਨੂੰ ਇੰਨਾ ਜ਼ਿਆਦਾ ਘਾਟਾ ਪੈ ਰਿਹਾ ਆ। ਪਰ ਅਸੀਂ ਅੱਜ ਵੀ ਜੇ ਅਸੀਂ ਗੱਲ ਕਰੀਏ, ਅਸੀਂ ਲੀਡਰਾਂ ਦੇ ਭਾਸ਼ਣਾਂ ਦੇ ਉੱਤੇ ਚੱਲੇ ਹੋਏ ਆ। ਜਿਹੜੀਆਂ ਸਾਡੀਆਂ ਮੁੱਖ ਸਮੱਸਿਆਵਾਂ ਆ ਉਹਦੇ ਬਾਰੇ ਅਜੇ ਵੀ ਗੱਲ ਨਹੀਂ ਕੀਤੀ ਜਾਂਦੀ। ਇਸ ਮੁੱਦੇ ਦੇ ਉੱਤੇ ਕਿਉਂ ਨਹੀਂ ਗੱਲ ਕੀਤੀ ਜਾਂਦੀ ਕਿ ਸਾਡੇ ਜਿਹੜੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਖਪਤ ਆ ਉਹ 6% ਆ, ਜਦ ਕਿ ਜੇ ਅਸੀਂ ਓਵਰਆਲ ਇੰਡੀਆ ਦੀ ਐਵਰੇਜ ਕੱਢੀਏ ਉਹ 2.5% ਆ। ਇਹ ਪੰਜਾਬ ਦੇ 6% ਇੰਨੇ ਜ਼ਿਆਦਾ ਕੀ ਆ। ਇਸ ਕਰਕੇ ਇੱਥੇ ਦਾ ਇੱਕ ਨੈਸ਼ਨਲ ਡਾਟਾ ਸਰਵੇ ਸੀ, ਉਹਨਾਂ ਨੇ ਸਰਵੇ ਇਹ ਕਰਵਾਇਆ ਖਾਸ ਤੌਰ ਦੇ ਉੱਤੇ ਜਿਹੜਾ ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਆ, ਉਹਨਾਂ ਨੇ ਇੱਕ ਸਰਵੇ ਕਰਵਾਇਆ ਕਿ ਇੱਥੇ ਦੇ ਜਿਹੜੇ ਲੋਕ ਆ ਇਹ ਇੰਨਾ ਨਸ਼ਾ ਕਿਉਂ ਕਰਦੇ ਆ, ਇੱਥੇ ਦੇ ਵਿੱਚ ਸ਼ਰਾਬ ਦੀ ਜਿਹੜੀ ਵਿਕਰੀ ਆ ਇੰਨੀ ਜ਼ਿਆਦਾ ਕਿਉਂ ਹੋ ਰਹੀ ਆ। ਫਿਰ ਉਹਨਾਂ ਨੇ ਪਾਇਆ ਕਿ ਜਿੰਨੀ ਕੁ ਸਰਵੇ ਕੀਤਾ, ਸਰਵੇ ਦੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ 20 ਲੱਖ ਲੋਕ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਆ। ਮੈਂਟਲੀ ਹੈਲਥ ਦੀਆਂ ਪ੍ਰੋਬਲਮਸ ਆ ਉਹਨਾਂ ਨੂੰ 20 ਲੱਖ ਲੋਕਾਂ ਨੂੰ। ਹੁਣ ਉਹ 20 ਲੱਖ ਲੋਕਾਂ ਦੇ ਲਈ ਉਹ ਦੱਸਦੇ ਆ ਵੀ ਨਾਲੇ ਟ੍ਰੀਟਮੈਂਟ ਕੋਈ ਨਹੀਂ ਪੰਜਾਬ ਦੇ ਵਿੱਚ। ਅਸੀਂ ਹੁਣ ਟ੍ਰੀਟਮੈਂਟ ਹੁਣ ਬਹੁਤ ਸਾਰੇ ਇੱਥੇ ਲੋਕ ਜੀ ਕਰਦੇ ਆ, ਟੀਚਰਾਂ ਵੀ ਕਰਦੇ ਆ, ਵੀਡੀਓ ਵੀ ਫੇਸ ਕਰ ਦਿੰਦੇ ਆ ਬਈ ਆ ਜੀ ਦੇਖੋ ਸਿਰ ਘੁਮਾਈ ਜਾਂਦਾ, ਆ ਦੇਖੋ ਜੀ ਇਹਨੂੰ ਬਾਬੇ ਆਏ ਆ। ਪਰ ਜਿਹੜੀ ਅਸਲੀ ਮਾਨਸਿਕ ਉਹਨਾਂ ਦੀਆਂ ਸਮੱਸਿਆਵਾਂ ਆ, ਨੈਸ਼ਨਲ ਮੈਂਟਲ ਹੈਲਥ ਕਮਿਸ਼ਨ ਵਾਲੇ ਕਹਿ ਰਹੇ ਆ ਕਿ ਇੱਥੇ ਦੇ 20 ਲੱਖ ਲੋਕ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਆ। ਖਾਸ ਤੌਰ ਦੇ ਉੱਤੇ ਜਿਹੜੇ NRI ਲੋਕ ਆ ਇਹ ਤਾਂ ਸਮਝ ਸਕਦੇ ਆ ਕਿ ਦਿਮਾਗੀ ਪ੍ਰੋਬਲਮਸ ਇਹ ਬਹੁਤ ਵੱਡੀਆਂ, ਇਹ ਫਿਜ਼ੀਕਲ ਪ੍ਰੋਬਲਮਸ ਵਾਂਗੂ ਹੀ ਆ ਕਿ ਇਹ ਸਾਡੀ ਜਿਹੜੀ ਹੈਲਥ ਨੂੰ ਪ੍ਰਭਾਵਿਤ ਕਰਦੀਆਂ। ਪਰ ਜਦੋਂ ਸਾਡੇ ਕੋਲ ਇਹਨਾਂ ਦੇ ਕੋਲ ਕਹਿੰਦੇ ਪੈਸਾ ਹੀ ਹੈ ਨਹੀਂ, ਪੰਜਾਬ ਦੀ ਗੌਰਮੈਂਟ ਦੇ ਕੋਲ ਪੈਸਾ ਹੀ ਹੈ ਨਹੀਂ। ਫਿਰ ਦੂਜੇ ਪਾਸੇ ਜਿਹੜਾ ਇੱਕ ਇਹੀ ਡਾਟਾ ਇਹ ਦੱਸਦਾ ਕਿ ਜਿਹੜਾ ਪੰਜਾਬ ਦਾ ਬੰਦਾ ਆ ਉਹ 6 ਗੁਣਾ ਜ਼ਿਆਦਾ ਦਵਾਈਆਂ ਦੇ ਉੱਤੇ ਖਰਚ ਕਰਦਾ, ਕਿਉਂਕਿ ਜਿਹੜੇ ਸਰਕਾਰੀ ਹਸਪਤਾਲ ਆ ਉਹਨਾਂ ਦੇ ਕੋਲ ਏਡੇ ਵਧੀਆ ਪ੍ਰਬੰਧ ਹੀ ਹੈ ਨਹੀਂ। ਬੰਦਾ ਜਿਹੜਾ ਆ ਉਹਨੂੰ ਪ੍ਰਾਈਵੇਟ ਤੌਰ ਦੇ ਉੱਤੇ ਇਲਾਜ ਕਰਾਉਣਾ ਪੈਂਦਾ। ਇਸੇ ਕਰਕੇ ਪੰਜਾਬ ਦੇ ਹਰ ਬੰਦੇ ਦੇ ਉੱਤੇ ਇੰਡੀਆ ਦੇ ਬੰਦੇ ਦੇ ਨਾਲੋਂ 6% ਜ਼ਿਆਦਾ ਬੋਝ ਆ। ਇਹ ਤੋਂ ਫਿਗਰਸ ਕੀ ਦੇਖੋ ਚੱਲ ਰਹੀਆਂ। ਇਹ ਦਲਜੀਤ ਜੀ ਜਿੰਨੇ ਵੀ ਤੁਸੀਂ ਮੁੱਦਿਆਂ ਦੀ ਗੱਲ ਕੀਤੀ ਆ, ਜੋ ਤੁਸੀਂ 1981 ਤੋਂ ਲੈ ਕੇ ਹੁਣ ਤੱਕ ਦਾ ਹਾਲਾਤ ਦਾ ਜਿਹੜਾ ਬਿਆਨ ਕੀਤੇ ਆ ਪੰਜਾਬ ਦੇ, ਜੇ ਇਹ ਤੋਂ ਪਤਾ ਲੱਗਦਾ ਕਿ ਭਾਰਤ ਜਿਹੜੇ ਪੰਜਾਬ ਦੇ ਮੁੱਦੇ ਅਜੇ ਵੀ ਉੱਦਾਂ ਦੇ ਉੱਦਾਂ ਖੜੇ, ਹਲਕੇ ਜਿਹੜੇ ਬਹੁਤ ਜ਼ਿਆਦਾ ਉਲਝਦੇ ਜਾਂਦੇ ਆ। ਪੰਜਾਬ ਥੱਲੇ ਨੂੰ ਜਾ ਰਿਹਾ, ਪਿਛਲੇ ਲਗਾਤਾਰ 20, 30, 40 ਸਾਲਾਂ ਤੋਂ ਪੰਜਾਬ ਲਗਾਤਾਰ ਥੱਲੇ ਨੂੰ ਜਾ ਰਿਹਾ। ਪਰ ਜਿਹੜੇ ਸਾਡੇ ਨੇਤਾ ਆ ਉਹ ਤਾਂ ਕਹਿੰਦੇ ਕਿ ਅਸੀਂ ਵਿਕਾਸ ਹੀ ਬਹੁਤ ਕੀਤਾ। ਪਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਜਿਹੜਾ ਸਾਡੀ ਵਿਕਾਸ ਹੈ, ਪੰਜਾਬ ਦੇ ਵਿਕਾਸ ਦਾ ਜਵਾਬ ਜਿਹੜੀ ਬਠਿੰਡੇ ਤੋਂ ਕੈਂਸਰ ਟ੍ਰੇਨ ਆ ਉਹ ਜ਼ਰੂਰ ਦਿੰਦੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਵਿਕਾਸ ਕਿੰਨਾ ਕੁ ਹੋਇਆ। ਮੇਰੇ ਖਿਆਲ ਕੋਈ ਸੂਬਾ ਜਿਹਦੇ ਵਿੱਚੋਂ ਸਪੈਸ਼ਲ ਇੱਕ ਕੈਂਸਰ ਟ੍ਰੇਨ ਜਿਹੜੀ ਆ ਦੂਸਰੇ ਸੂਬੇ ਨੂੰ ਜਾਂਦੀ ਆ, ਜੇ ਉਸ ਟ੍ਰੇਨ ਦੇ ਵਿੱਚ ਚੜ੍ਹੀਏ ਤਾਂ ਉਹਦੇ ਅੰਦਰ ਦੇ ਹਾਲਾਤ ਵੇਖ ਕੇ ਤੁਹਾਡੀ ਰੂਹ ਤੱਕ ਕੰਬ ਜਾਂਦੀ ਆ ਕਿ ਕਿਸ ਤਰੀਕੇ ਨਾਲ ਪੰਜਾਬ ਦੇ ਮਰੀਜ਼ਾਂ ਦੀ ਜਿਹੜੀ ਇੱਕ ਭਰੀ ਹੋਈ ਟ੍ਰੇਨ, ਕੈਂਸਰ ਮਰੀਜ਼ਾਂ ਦੀ ਭਰੀ ਹੋਈ ਟ੍ਰੇਨ ਆਪਣੇ ਇਲਾਜ ਲਈ ਦੂਸਰੇ ਸੂਬੇ ਨੂੰ ਜਾਂਦੀ। ਦੇਖੋ ਇਹ ਇਕੱਲਾ ਹੈਲਥ ਸਿਸਟਮ ਦਾ ਹੀ ਨਹੀਂ ਹਾਲ। ਅਸੀਂ ਇੰਡਸਟਰੀ ਦੀ ਗੱਲ ਕਰ ਲਈਏ, ਪੰਜਾਬ ਦੀ ਜਦੋਂ ਇੰਡਸਟਰੀ ਦੀ ਆ 3-4 ਸ਼ਹਿਰ ਆ ਮੇਨ। ਜਲੰਧਰ ਜਿੱਥੇ ਕਿ ਖੇਡਾਂ ਦਾ ਸਮਾਨ ਬਹੁਤ ਜ਼ਿਆਦਾ ਬਣਦਾ, ਲੁਧਿਆਣਾ ਜਿੱਥੇ ਕਿ ਹੌਜ਼ਰੀ ਦਾ ਸਮਾਨ ਤੇ ਨਾਲ ਸਾਈਕਲਾਂ ਦਾ ਸਮਾਨ ਬਹੁਤ ਜ਼ਿਆਦਾ ਬਣਦਾ, ਮੰਡੀ ਗੋਬਿੰਦਗੜ੍ਹ ਦੀ ਆਪਾਂ ਗੱਲ ਕਰ ਲਈਏ ਜਿੱਥੇ ਕਿ ਆਹ ਲੋਹੇ ਦਾ ਬਹੁਤ ਜ਼ਿਆਦਾ ਕੰਮ ਹੁੰਦਾ, ਗੁਰਾਇਆ ਬਹੁਤ ਮਸ਼ਹੂਰ ਇੰਡਸਟਰੀ ਸੀ ਲੋਹੇ ਦੀ। ਨਕੋਦਰ ਦੇ ਵਿੱਚ ਬੂਲਨ ਦਾ ਕੰਮ, ਦਰੀਆਂ ਦਾ ਕੰਮ ਇੰਨਾ ਜ਼ਿਆਦਾ ਹੁੰਦਾ ਸੀ। ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਇਹ ਕਿਤਾਬਾਂ ਦੇ ਵਿੱਚ ਆਉਂਦਾ ਹੁੰਦਾ ਸੀ ਕਿਉਂਕਿ ਪ੍ਰਾਇਮਰੀ ਸਕੂਲ ਦੇ ਵਿੱਚ ਸਾਨੂੰ ਸਟੇਟ ਪੜ੍ਹਾਇਆ ਜਾਂਦਾ। ਮੈਨੂੰ ਲੱਗਦਾ ਕਿ ਉਹ ਤਾਂ ਹੁਣ ਨਿਆਣੇ ਪੜ੍ਹਦੇ ਹੀ ਨਹੀਂ, ਸਾਨੂੰ ਉਹ ਘੋਟੇ ਲਵਾਏ ਜਾਂਦੇ ਹੁੰਦੇ ਸੀ ਵੀ ਨਕੋਦਰ ਕਿਸ ਚੀਜ਼ ਦੇ ਲਈ ਮਸ਼ਹੂਰ ਆ ਤੇ ਮੰਡੀ ਗੋਬਿੰਦਗੜ੍ਹ ਕਿਸ ਚੀਜ਼ ਦੇ ਲਈ ਮਸ਼ਹੂਰ ਆ, ਨਰਮੇ ਦੇ ਲਈ, ਕਪਾਹ ਦੇ ਲਈ ਬਠਿੰਡੇ ਵਾਲੀ ਸਾਈਡ ਬਹੁਤ ਮਸ਼ਹੂਰ ਆ। ਇੰਡਸਟਰੀ ਜਿਹੜੀ ਆ ਰੋਪੜ ਦੇ ਵਿੱਚ ਅੱਜ ਤੋਂ ਤੁਸੀਂ 15-20 ਸਾਲ ਪਹਿਲਾਂ ਦਾ ਰਿਕਾਰਡ ਕੱਢ ਕੇ ਦੇਖੋ ਕਿ ਦਵਾਈਆਂ ਦਾ ਬਹੁਤ ਤਕੜਾ ਬਿਜ਼ਨਸ ਪੰਜਾਬ ਦੇ ਵਿੱਚ ਹੁੰਦਾ ਸੀ, ਜਿਹੜਾ ਕਿ ਹੌਲੀ-ਹੌਲੀ ਹਿਮਾਚਲ ਦੇ ਵਿੱਚ ਮੂਵ ਕਰ ਗਿਆ। ਸਾਡੇ ਕੋਲ ਹੌਜ਼ਰੀ ਦਾ ਬਹੁਤ ਤਕੜਾ ਕੰਮ ਸੀ ਲੁਧਿਆਣੇ ਦੇ ਵਿੱਚ। ਫਿਰ ਸਾਡੇ ਇੱਥੇ ਮਿੱਲਾਂ ਸੀ ਬਹੁਤ ਵੱਡੀਆਂ ਕੱਪੜੇ ਦੀਆਂ, ਜਿਹੜੀਆਂ ਕਿ ਸਾਰੀਆਂ ਹੀ ਇਸ ਵੇਲੇ ਜਾਣੀ ਲਗਭਗ
ਮੱਧ ਪ੍ਰਦੇਸ਼ ਦੇ ਵਿੱਚ ਮੂਵ ਹੋ ਗਈਆਂ, ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੀ ਸਾਡੀ ਇੰਡਸਟਰੀ ਆ ਮੂਵ ਹੋ ਗਈ। ਸਾਈਕਲਾਂ ਦੀ ਜਿਹੜੀ ਇੰਡਸਟਰੀ ਆ, ਹੀਰੋ ਸਾਈਕਲ ਸਾਡੇ ਇੱਥੇ ਬਣਦੇ ਹੁੰਦੇ ਸੀ, ਕਿੱਡੀ ਵੱਡੀ ਇੰਡਸਟਰੀ ਸੀ, ਕਿੱਡਾ ਉਹ ਵੀ ਲੋਕਾਂ ਨੇ ਹੱਥ ਖੜੇ ਕਰ ਦਿੱਤੇ ਕਿ ਸਾਡੇ ਕੋਲੋਂ ਨਹੀਂ ਭਰਾਵੋ ਇੱਥੇ ਚੱਲਦੇ। ਉਹਦਾ ਕਾਰਨ ਕੀ ਹੋਇਆ ਕਿ ਜਿਹੜਾ ਜੰਮੂ ਕਸ਼ਮੀਰ ਆ, ਹਿਮਾਚਲ ਪ੍ਰਦੇਸ਼ ਆ, ਇਨਕਮ ਟੈਕਸ ਦੇ ਉੱਤੇ ਇੰਨਾ ਜ਼ਿਆਦਾ ਉਹ ਰਿਆਇਤ ਦਿੰਦੇ ਆ ਕਿ ਉਹ ਚਾਹੁੰਦੇ ਆ ਕਿ ਉੱਥੇ ਆਉਣ ਇੰਡਸਟਰੀ ਵਾਲੇ। ਸਾਡੇ ਕੋਈ ਇਨਕਮ ਟੈਕਸ ਦੇ ਵਿੱਚ ਰਿਆਇਤ ਕੋਈ ਨਹੀਂ। ਫਿਰ ਜਿਹੜਾ ਕੈਪੀਟਲ ਲੋਨ ਆ ਉਹਦੇ ਉੱਤੇ ਪੰਜਾਬ ਦੀ ਸਰਕਾਰ ਦੇ ਕੋਲ ਕੋਈ ਸਕੀਮਾਂ ਹੈ ਨਹੀਂ ਜਿਹੜੀਆਂ ਵਪਾਰੀਆਂ ਨੂੰ ਦਿੱਤੀਆਂ ਜਾ ਸਕਣ। ਬਿਜਲੀ ਜਿਹੜੀ ਆ ਬਹੁਤ ਜ਼ਿਆਦਾ ਮਹਿੰਗੇ ਰੇਟ ਦੇ ਉੱਤੇ ਇੰਡਸਟਰੀ ਨੂੰ ਦਿੱਤੀ ਜਾ ਰਹੀ ਆ, ਜਿਹਦੇ ਨਾਲ ਬਹੁਤ ਜ਼ਿਆਦਾ ਖਰਚੇ ਆ। ਪੰਜਾਬ ਦੀ ਇੰਡਸਟਰੀ ਕਿੱਦਾਂ ਬਚਾਉਣੀ ਆ, ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੀ ਗੱਲ ਜੇ ਆਪਾਂ ਕਰ ਲਈਏ, ਪੰਜਾਬ ਦੀ ਜਿਹੜੀ ਅਨਇੰਪਲੋਇਮੈਂਟ ਰੇਟ ਆ, ਬੇਰੁਜ਼ਗਾਰੀ ਦਰ ਆ, ਉਹ ਇੰਡੀਆ ਦੇ ਵਿੱਚ ਉਹਨਾਂ ਸੂਬਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਆ, ਜਿੱਥੇ ਦੇ ਲੋਕ ਜਿਹੜੇ ਆ ਬਹੁਤ ਜ਼ਿਆਦਾ ਬੇਰੁਜ਼ਗਾਰ ਆ। ਤਾਂ ਅਸੀਂ ਤਾਂ ਥੋੜ੍ਹੀ ਜਿਹਾ ਬੋਲਣ ਜੋਗੇ ਆ ਕਿ ਅਸੀਂ ਬਾਹਰ ਲੋਕਾਂ ਨੂੰ ਭੇਜੀ ਜਾਂਦੇ ਆ। ਸਾਡੇ ਕੋਲੇ ਇੱਕ ਪੋਜ਼ਿਟਿਵ ਪੁਆਇੰਟ ਆ ਵੀ ਅਸੀਂ NRI ਜਿਹੜੇ ਲੋਕ ਆ ਅਸੀਂ ਵੀ ਹੈਲਪ ਕਰ ਰਹੇ ਆ, ਤੇ ਉਧਰੋਂ ਜਿਹੜੇ ਸਾਡੇ ਬੱਚੇ ਆ ਕਰ ਕਰਕੇ ਇੱਧਰ ਆਈ ਜਾਂਦੇ ਆ। ਪਰ ਜੇ ਅਸੀਂ ਆ ਜਿਹੜੀਆਂ ਫਿਗਰਸ ਮੈਂ ਦੱਸ ਰਿਹਾ, ਸਾਡਾ ਬਿਹਾਰ ਦੇ ਨਾਲੋਂ ਵੀ ਮਾੜਾ ਹਾਲ ਹੋਇਆ। ਜੇ ਸਾਡੇ ਕੋਲ ਇਸ ਵੇਲੇ ਸਾਡੀ ਬੈਕਅਪ ਦੇ ਉੱਤੇ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਨਾ ਹੁੰਦਾ, ਇਸ ਵੇਲੇ ਸਾਡਾ ਜਨਾਜ਼ਾ ਨਿਕਲ ਜਾਣਾ ਸੀ। ਬਿਲਕੁਲ ਦਿਲਜੀਤ ਜੀ, ਜੋ ਵੀ ਤੁਸੀਂ ਗੱਲਾਂ ਕਰ ਰਹੇ ਆ, ਜੋ ਵੀ ਅੱਜ ਪੰਜਾਬ ਦੇ ਹਾਲਾਤ ਆ, ਉਹ ਮੇਰੇ ਖਿਆਲ ਸਾਡੇ ਪੰਜਾਬ ਦੇ ਜਿਹੜੇ ਕਹਿੰਦੇ ਕਹਾਉਂਦੇ ਜਿਹੜੇ ਸਾਊ ਪੁੱਤ ਆ, ਜਿਹੜੇ ਸਾਡੇ ਲੀਡਰ ਆ, ਉਹਨਾਂ ਕਰਕੇ ਆ। ਤੇ ਆਪਾਂ ਤਿੰਨਾਂ ਪਾਰਟੀਆਂ ਦੀ ਗੱਲ ਕਰਨੀ ਆ, ਪਰ ਉਸ ਤੋਂ ਪਹਿਲਾਂ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਨਗਿੰਦਰ ਧਾਲੀਵਾਲ ਹੋਣੀ ਤੇ ਸਾਡੇ CEO ਰਛਪਾਲ ਹੇਰ ਹੋਣੀ ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਰਛਪਾਲ ਹੇਰ ਹੋਣਾ ਦੀ ਹੌਸਲਾ ਅਫਜ਼ਾਈ ਕਰ ਰਹੇ ਆ ਸਾਡੀ। ਸੋ ਰਛਪਾਲ ਹੇਰ ਸਾਹਿਬ ਹੋਣਾ ਦਾ ਵੀ ਮੈਂ ਧੰਨਵਾਦ ਕਰਦਾ, ਕਿਉਂਕਿ ਉਹਨਾਂ ਨੇ ਕਦੀ ਸਾਨੂੰ ਉਹਨਾਂ ਨੇ ਹਮੇਸ਼ਾ ਇੱਕ ਚੀਜ਼ ਹੌਸਲਾ ਅਫਜ਼ਾਈ ਸਾਨੂੰ ਕੀਤੀ ਆ ਕਿ ਤੁਸੀਂ ਆਪਣੀ ਗੱਲ ਕਦੀ ਵੀ ਕਿਸੇ ਇੱਕ ਜਿਹੜੀ ਗੋਦੀ ਮੀਡੀਆ ਦੀ ਗੱਲ ਚੱਲਦੀ ਆ ਉਹਦੇ ਵਿੱਚ ਸਾਨੂੰ ਕਦੀ ਨਹੀਂ ਬੰਨ੍ਹਣ ਦੀ ਕੋਸ਼ਿਸ਼ ਕੀਤੀ। ਉਹ ਕਹਿੰਦੇ ਕਿ ਤੁਸੀਂ ਆਪਣੀ ਗੱਲ ਹਮੇਸ਼ਾ ਸੱਚਾਈ ਦੀ, ਆਪਾਂ ਪੱਖ ਦੀ ਹਮੇਸ਼ਾ ਇੰਡੋਜ਼ TV ਕਰਦਾ ਹੈ ਤੇ ਕਰਦੀ ਰਹਿਣਾ। ਇਸ ਲਈ ਰਛਪਾਲ ਹੇਰ ਹੋਣਾ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਦਲਜੀਤ ਜੀ, ਆਪਾਂ ਗੱਲ ਕਰ ਰਹੇ ਸੀ ਕਿ ਸਾਡੇ ਪੰਜਾਬ ਦੇ ਨੇਤਾ ਨੇ ਸਾਨੂੰ ਪੰਜਾਬ ਕਿੱਥੇ ਲਿਆ ਕੇ ਖੜਾ ਕਰਤਾ। ਮੈਂ ਸ਼ੁਰੂਆਤ ਕਰਨੀ ਚਾਹੂੰਗਾ ਨਵਜੋਤ ਸਿੰਘ ਸਿੱਧੂ ਹੋਣਾ ਤੋਂ। ਸਿੱਧੂ ਸਾਹਿਬ ਪਿਛਲੇ ਕਾਫੀ ਸਮੇਂ ਤੋਂ ਚੁੱਪ ਸੀਗੇ, ਪਰ ਫਿਰ ਅਚਾਨਕ ਉਹ ਜਾਗਦੇ ਆ ਨੀਂਦ ਤੋਂ ਤੇ ਟਵੀਟ ਕਰਨਾ ਸ਼ੁਰੂ ਕਰਦੇ ਆ। ਹੁਣ ਉਸ ਤੋਂ ਬਾਅਦ ਜਦੋਂ ਪ੍ਰਧਾਨ ਬਣਦੇ ਆ ਤਾਂ ਅਚਾਨਕ ਲੱਡੂ ਵੰਡੇ ਜਾਂਦੇ ਆ, ਬਹੁਤ ਸਾਰੀਆਂ ਮੀਟਿੰਗਾਂ ਹੁੰਦੀਆਂ, ਫੋਟੋਆਂ ਜਿਹੜੀਆਂ ਫੇਸਬੁੱਕ ਆ ਫੋਟੋਆਂ ਨਾਲ ਭਰ ਜਾਂਦੀ, ਕਿਸ ਤਰੀਕੇ ਨਾਲ ਫੁੱਲਾਂ ਦੀ ਵਰਖਾ ਹੁੰਦੀ ਆ। ਮੈਂ ਉਦੋਂ ਸੋਚ ਰਿਹਾ ਸੀ ਕਿ ਅਚਾਨਕ ਜਿਹੜੇ ਪ੍ਰਧਾਨ ਸਾਹਿਬ ਬਣਦੇ ਆ, ਸਿੱਧੂ ਸਾਹਿਬ ਦੇ ਪ੍ਰਧਾਨ ਸਾਹਿਬ ਬਣਦੇ ਆ, ਕੀ ਅਚਾਨਕ ਪੰਜਾਬ ਦੇ ਮੁੱਦੇ ਖਤਮ ਹੋ ਗਏ? ਮੁੱਦੇ ਬਿਲਕੁਲ ਇਹੀ ਆ ਕਿ ਸਾਡਾ ਧਿਆਨ ਕਿੱਦਾਂ ਭੜਕਾਉਣਾ। ਸਾਡੇ ਲੋਕਾਂ ਨੂੰ ਇਹ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਕਿ ਸਾਨੂੰ ਜਿਹੜਾ ਆ ਅਸਲੀ ਮੁੱਦੇ ਤੋਂ ਭੜਕਾ ਦਿਓ। ਜਿੱਦਾਂ ਬੱਚੇ ਨੂੰ ਨਹੀਂ ਹੁੰਦਾ, ਬੱਚੇ ਦੀ ਪ੍ਰੋਬਲਮ ਤਾਂ ਕੋਈ ਹੋਰ ਹੁੰਦੀ ਆ, ਉਹ ਰੋਂਦਾ ਤਾਂ ਕਿਸੇ ਚੀਜ਼ ਨੂੰ ਹੋਰ ਹੁੰਦਾ, ਪਰ ਆਪਾਂ ਉਹਨੂੰ ਟੌਫੀ ਜਾਂ ਲੋਲੀਪੌਪ ਇੱਕ ਦੇ ਦੀਦਾ, ਉਹਦੇ ਨਾਲ ਉਹ ਬੱਚੇ ਦਾ ਧਿਆਨ ਭੜਕ ਜਾਂਦਾ ਤੇ ਉਹ ਹੱਸਣ ਲੱਗ ਜਾਂਦਾ, ਉਹਨੂੰ ਆਪਣੀ ਜਿਹੜੀ ਪੁਰਾਣੀ ਸਮੱਸਿਆ ਆ ਉਹ ਭੁੱਲ ਜਾਂਦੀ ਆ। ਬਿਲਕੁਲ ਪੰਜਾਬ ਦੇ ਲੋਕਾਂ ਦਾ ਜਿੱਦਾਂ ਮੈਂ ਦੱਸਿਆ ਕਿ ਮੈਂਟਲ ਹੈਲਥ ਦੇ ਤਾਂ ਅਸੀਂ ਸ਼ਿਕਾਰ ਆ। ਅਸੀਂ ਤਾਂ ਨਸ਼ਿਆਂ ਦੇ ਵਿੱਚ ਗ੍ਰਸਤ ਹੋਏ ਆ। ਲੋਕ ਜਿਹੜੇ ਨਸ਼ਾ ਨਹੀਂ ਕਰਦੇ ਉਹ ਵੈਸੇ ਪ੍ਰੋਬਲਮਾਂ ਦੇ ਵਿੱਚ ਫਸੇ ਆ, ਮਾਨਸਿਕ ਜਾਂ ਸਰੀਰਕ ਜਿਹੜੀਆਂ ਬਿਮਾਰੀਆਂ ਆ ਉਹਨਾਂ ਦੇ ਸ਼ਿਕਾਰ ਹੋਏ ਆ। ਹੁਣ ਦੇਖੋ ਇੱਥੇ ਟਰਮ ਯੂਜ਼ ਕੀਤੀ ਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ। ਤਾਜਪੋਸ਼ੀ ਕੀ ਹੁੰਦੀ ਹੈ? ਤਾਜਪੋਸ਼ੀ ਤਾਂ ਇਹ ਹੁੰਦੀ ਆ ਕਿ ਜਿਹੜਾ ਰਾਜਾ ਹੁੰਦਾ ਸੀ, ਰਾਜਾ ਆਪਣਾ ਤਾਜ ਜਦੋਂ ਆਪਣੇ ਮੁੰਡੇ ਨੂੰ ਜਾਂ ਕਿਸੇ ਉੱਤਰਾਧਿਕਾਰੀ ਨੂੰ ਦਿੰਦਾ ਸੀ, ਉਹਨੂੰ ਤਾਜਪੋਸ਼ੀ ਕਹਿੰਦੇ। ਇਹ ਤਾਂ ਰਾਜਾ ਕਾਹਦਾ ਬਣ ਗਿਆ? ਇਹ ਤਾਜਪੋਸ਼ੀ ਕਾਹਦੀ ਹੋ ਗਈ? ਜੇ ਤੁਸੀਂ ਭਾਰਤ ਦਾ ਸੰਵਿਧਾਨ ਕੱਢ ਕੇ ਦੇਖੋ, ਇਹ ਤਾਂ ਸਾਡਾ ਨੌਕਰ ਆ, ਇਹ ਤਾਂ ਸੇਵਾਦਾਰ ਆ, ਇਹਨੂੰ ਤਾਂ ਸੇਵਾ ਕਰਨ ਲਈ ਦਿੱਤਾ, ਇਹਨੂੰ ਤਾਂ ਅਸੀਂ ਪੈਸਾ ਤਾਂ ਦੇਣਾ ਆ ਕਿ ਇਹ ਸਾਡੀ ਸੇਵਾ ਕਰੂੰਗਾ। ਇਹਦੀ ਤਾਜਪੋਸ਼ੀ ਦੀ ਕੀ ਲੋੜ ਆ? ਇਹ ਤਾਂ ਤਾਜਪੋਸ਼ੀ ਦਲਜੀਤ ਜੀ ਉਹ ਤਾਂ ਵਰਤਿਆ ਜਾਂਦਾ ਨਾ ਕਿਉਂਕਿ ਕਹਿਣ ਨੂੰ ਹੀ ਇਹ ਸੇਵਾਦਾਰ ਹੈ, ਪਰ ਸਮਝਦੇ ਆਪਣੇ ਆਪ ਨੂੰ ਰਾਜੇ ਮਹਾਰਾਜੇ ਆ। ਹੁਣ ਸਾਡੇ CM ਸਾਹਿਬ ਜਿਹੜੇ ਬੜੇ ਸਾਰੇ ਮੁੱਦੇ ਕਹਿੰਦੇ ਸੀ ਮੈਂ ਮਹੀਨੇ 'ਚ ਸੁਲਝਾ ਦੇਣੇ ਆ, 4.5 ਸਾਲ ਹੋ ਗਏ ਆ, ਪਰ ਉਹਨਾਂ ਨੂੰ ਕਿਤੇ ਭਾਲਣਾ ਹੋਵੇ ਤੇ ਉਹ ਕਿਤੇ ਫਾਰਮਾਂ 'ਚ ਲੱਭਦੇ, ਉਹਨਾਂ ਤੱਕ ਪਹੁੰਚਣਾ ਉਹਨਾਂ ਦੇ ਮੰਤਰੀਆਂ ਲਈ ਵੀ ਸੌਖਾ ਨਹੀਂ। ਦੇਖੋ ਹੁਣ ਤਾਂ ਆਪਾਂ ਕੈਪਟਨ ਸਾਹਿਬ ਹੋਣਾ ਦੇ ਜਿੱਦਾਂ ਕਹਿ ਲਓ ਵੀ ਹੁਣ ਗੱਲ ਨਾ ਹੀ ਕਰੀਏ, ਵੈਸੇ ਬਹੁਤ ਵਿਚਾਰੇ ਅੱਜ ਕੱਲ੍ਹ ਅਪਸੈਟ ਆ ਤੇ ਆਪਾਂ ਨਵਜੋਤ ਸਿੰਘ ਸਿੱਧੂ ਤੇ ਅਜੇ ਸੂਈ ਰੱਖੀਏ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੀ ਜੇ ਆਪਾਂ ਗੱਲ ਕਰ ਲਈਏ, ਪੰਜਾਬ ਨੈਸ਼ਨਲ ਕਾਂਗਰਸ ਜਿਹੜੀ ਕਮੇਟੀ ਆ ਉਹਨਾਂ ਨੇ ਇਹਨਾਂ ਨੂੰ ਪ੍ਰਧਾਨ ਬਣਾਤਾ। ਇਹ ਕੋਈ ਸੰਵਿਧਾਨਕ ਅਹੁਦਾ ਨਹੀਂ, ਪਤਾ ਨਹੀਂ ਕਿਉਂ ਪੰਜਾਬ ਦੇ ਲੋਕ ਇੰਨੇ ਖੁਸ਼ ਹੋ ਗਏ। ਉਹ ਤਾਂ ਇੱਕ MLA ਆ,
ਕੋਈ ਪਹਿਲਾਂ ਸੁਨੀਲ ਜਾਖੜ ਹੁੰਦਾ ਸੀ, ਉਹਦਾ ਪੰਜਾਬ ਦੇ ਲੋਕਾਂ ਨਾਲ ਕੀ ਭਾ ਜੀ, ਕਿਉਂਕਿ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਉਹਨੇ ਲੋਕਾਂ ਦਾ ਨਹੀਂ ਸੋਚਣਾ, ਉਹਨੇ ਕਾਂਗਰਸ ਦਾ ਸੋਚਣਾ ਕਿ ਕਾਂਗਰਸ ਨੂੰ ਕਿੱਦਾਂ ਜਿਤਾਉਣਾ। ਉਹਦੇ ਵਿੱਚ ਉਹਨੇ ਗੱਪ ਵੀ ਮਾਰਨੀ ਆ, ਉਹਨੇ ਲੋਕਾਂ ਦੇ ਨਾਲ ਖਿਲਵਾੜ ਵੀ ਕਰਨਾ, ਉਹਨਾਂ ਦੀਆਂ ਭਾਵਨਾਵਾਂ ਵੀ ਕਰਨੀਆਂ। ਪਰ ਜਦੋਂ ਇਹਨੇ ਜਿੱਤ ਕੇ ਮੰਨ ਲਓ ਕਿ ਜੇ CM ਬਣ ਜਾਂਦਾ, ਫਿਰ ਇਹਨਾਂ ਲੋਕਾਂ ਨੇ ਕਹਿਣਾ, ਇਹਨਾਂ ਲੋਕਾਂ ਨੇ ਗਾਲਾਂ ਕੱਢਣੀਆਂ। ਪਰ ਜੇ ਅਸੀਂ ਹੁਣ ਇਤਿਹਾਸ ਕੱਢ ਕੇ ਦੇਖੀਏ, ਅਟਲ ਬਿਹਾਰੀ ਵਾਜਪੇਈ ਦੇ ਬਹੁਤ ਤਾਰੀਫਾਂ ਕਰਦੇ ਹੁੰਦੇ ਸੀ ਵੀ ਇਹਦੇ ਵਰਗਾ ਲੀਡਰ ਕੋਈ ਪੈਦਾ ਹੀ ਨਹੀਂ ਹੋਇਆ, ਇਹਦੇ ਵਰਗੀ ਇੱਦਾਂ, ਇਹਦੇ ਵਰਗੀ ਕੋਈ ਸ਼ਖਸੀਅਤ ਹੀ ਨਹੀਂ ਹੋਈ ਜੀ। ਇਹਨੂੰ ਸੱਦਾ ਪੱਤਰ ਆ ਗਿਆ ਇਮਰਾਨ ਖਾਨ ਦੇ ਵੱਲੋਂ ਜੀ ਪਾਕਿਸਤਾਨ ਤੋਂ ਕਿ ਇਮਰਾਨ ਖਾਨ ਜਿਹੜਾ ਆ ਉਹ ਸਹੁੰ ਚੁੱਕ ਰਿਹਾ, ਉਹਨੇ ਇਹਨੂੰ ਵੀ ਸੱਦਾ ਦੇ ਦਿੱਤਾ ਕਿਉਂਕਿ ਕ੍ਰਿਕਟ ਖੇਡਦੇ ਰਿਹਾ, ਆਪਸ ਵਿੱਚ ਇਹਨਾਂ ਦਾ ਹੈਗਾ ਸੰਬੰਧ। ਉੱਧਰੋਂ ਉਹਨਾਂ ਦਿਨਾਂ ਦੇ ਵਿੱਚ ਹੀ ਅਟਲ ਬਿਹਾਰੀ ਵਾਜਪੇਈ ਦੀ ਮੌਤ ਹੋ ਜਾਂਦੀ ਜੀ। ਇੱਕ ਪਾਸੇ ਉਹਦੀ ਡੈੱਡ ਬੋਡੀ ਪਈ ਆ, ਇਹ ਬੰਦੇ ਨੇ ਉਹਦੀ ਡੈੱਡ ਬੋਡੀ ਤੇ ਜਾਣੀ ਉਹਦੇ ਕਹਿ ਲਓ ਵੀ ਅੰਤਮ ਦਰਸ਼ਨ ਕਰਨ ਦੀ ਬਜਾਏ ਇਹਨੇ ਇਮਰਾਨ ਖਾਨ ਦਾ ਸੱਦਾ ਕਬੂਲ ਕੀਤਾ ਹੈ ਜੀ। ਉੱਥੇ ਗਿਆ ਸੀ, ਉੱਥੇ ਜਾ ਕੇ ਵੀ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਜ਼ਿਆਦਾ ਵਿਵਾਦ ਹੋਇਆ। ਨੋ ਡਾਊਟ ਕਿ ਇਮਾਨਦਾਰ ਸ਼ਖਸੀਅਤ ਤੇ ਅੱਜ ਤੱਕ ਕੋਈ 1 ਰੁਪਈਏ ਦਾ ਦੋਸ਼ ਨਹੀਂ ਇਹਦੇ ਉੱਤੇ ਲੱਗਦਾ। ਪਰ ਜਿੱਥੇ ਤੱਕ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਇੱਥੇ ਦੇ ਮੁੱਦੇ ਆ ਇਹਨਾਂ ਦੇ ਉੱਤੇ ਗੱਲਾਂ ਬਾਤਾਂ ਹੋਣ, ਨਹੀਂ ਤਾਂ ਫਿਰ ਇਹ ਆ ਵੀ ਜੇ ਬੰਦਾ ਤੁਸੀਂ ਹੋਏ ਜਾਂ ਹੋਰ ਆਏ ਫਰਕ ਕੀ ਪੈਂਦਾ ਜੀ। ਜਿਹੜੀਆਂ ਹੁਣ ਮਨਪ੍ਰੀਤ ਬਾਦਲ ਆ ਉਹ ਗੱਲਾਂ ਕਰਦਾ ਆ, ਭਾਵੇਂ ਲੋਕੀ ਉਹਨੂੰ ਕਹਿੰਦੇ ਹੁਣ ਉਹ ਗੱਲਾਂ ਤਾਂ ਸੱਚ ਕਰਦਾ ਜੀ, ਉਹ ਗੱਲਾਂ ਸੱਚ ਕਰਦਾ, ਭਾਵੇਂ ਕਿ ਉਹਨੂੰ ਵੀ ਝੁਕਣਾ ਪੈਂਦਾ, ਉਹਦੀ ਸੁਣਦਾ ਹੀ ਕੋਈ ਨਹੀਂ। ਬਿਲਕੁਲ ਜਿਹੜੀਆਂ ਹੁਣ ਆਪਾਂ ਡਾਟਾ ਕੱਢਦੇ ਆ, ਉਹ ਮਨਪ੍ਰੀਤ ਬਾਦਲ ਇਹੀ ਕਹਿੰਦਾ ਕਿ ਇਹਦਾ ਯਾਰ ਡਾਟਾ ਦੇਖ ਲਓ ਜੀ, ਸਾਡੇ ਕੋਲ ਕੀ ਆ, ਸਾਡੇ ਕੋਲ 40% ਜਿਹੜਾ ਆ ਸਾਡੀਆਂ ਲੈਣ ਦੇਣਦਾਰੀਆਂ ਹੀ ਆ, 20% ਸਾਡੀ ਜਿੰਨੀ ਪੰਜਾਬ ਦੀ ਟੋਟਲ ਇਨਕਮ ਹੁੰਦੀ ਆ ਉਹ ਸਿਰਫ ਕਿਸ਼ਤ ਦੇ ਵਿੱਚ ਜਾਂਦੀ ਆ, ਇੰਟਰਸਟ ਦੇ ਵਿੱਚ ਜੀ। ਉੱਥੇ ਕੀ ਤੁਸੀਂ ਕਰ ਲਓਗੇ? ਉਹ ਗੱਲਾਂ ਤਾਂ ਉਹ ਸੱਚ ਕਰਦਾ, ਪਰ ਜਦੋਂ ਅਸੀਂ ਖਰਚ ਕਢਾਉਣ ਦੀ ਗੱਲ ਕਰਦੇ ਆ, ਹੁਣ ਐਡਾ ਵੱਡਾ ਇਹ ਇੱਕ ਸਮਾਗਮ ਕੀਤਾ ਗਿਆ ਔਰ ਕੁਛ ਲੋਕਾਂ ਨੇ ਆਪਣੀ ਜਾਨ ਵੀ ਗਵਾ ਲਈ, ਇੰਨੀਆਂ ਬੱਸਾਂ ਲੈ ਕੇ ਗਏ ਆ, ਫਿਰ ਉਸ ਤੋਂ ਬਾਅਦ ਉਹ ਖਰਚ ਕਿਹਦੇ ਪੱਲੇ ਪਿਆ? ਇਹ ਦੱਸਣ ਤਾਂ ਸਹੀ ਵੀ ਇਹ ਖਰਚ ਕਿੱਥੋਂ ਹੋਇਆ, ਕੀ ਇਹਦੇ ਵਿੱਚ ਸਰਕਾਰੀ ਜਿਹੜੇ ਆ ਜਿੰਨਾ ਅਮਲਾ ਸੀ, ਜਿੰਨੀ ਪੁਲਿਸ ਸੀ, ਕੀ ਪੰਜਾਬ ਕਾਂਗਰਸ ਕਮੇਟੀ ਨੇ ਉਹ ਪੈਸੇ ਖਰਚੇ ਆ ਜੀ? ਜਦ ਕਿ ਉਹ ਲੋਕਾਂ ਦਾ ਥੋੜੀ ਸੀ ਰੈਲੀ, ਉਹ ਤਾਂ ਕਾਂਗਰਸ ਕਮੇਟੀ ਨੇ ਪ੍ਰਧਾਨ ਬਣਾਇਆ ਸੀ, ਕਾਂਗਰਸ ਪਾਰਟੀ ਦਾ ਸੀ ਜੀ। ਜਦ ਅਸੀਂ ਅਕਾਲੀਆਂ ਨੂੰ ਇਸ ਗੱਲ ਦੇ ਲਈ ਭੰਡਦੇ ਆ ਕਿ ਇਹ ਨਜਾਇਜ਼ ਖਰਚੇ ਕਰਦੇ ਆ, ਇੱਕ ਪਾਸੇ ਅਸੀਂ ਰੌਲਾ ਪਾਉਂਦੇ ਆ ਕਿ ਆਹ ਜਿਹੜਾ ਸਾਡੇ ਖਰਚੇ ਆ, ਦੂਜੇ ਪਾਸੇ ਆਹ ਤੁਸੀਂ ਇਦਾਂ ਦੇ ਖਰਚਿਆਂ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਆ ਕਿ ਸਾਡੇ ਹਸਪਤਾਲਾਂ ਵਿੱਚ ਉਦੋਂ ਤੁਸੀਂ ਹੱਥ ਖੜੇ ਕਰ ਦਿੰਦੇ ਆ, ਸਾਡਾ ਖਜ਼ਾਨਾ ਖਾਲੀ ਆ। ਆ ਇੰਨਾ ਜਿਹੜਾ ਅਮਲਾ ਤੁਸੀਂ ਉੱਥੇ ਕਰ ਦਿੱਤਾ, ਇੰਨਾ ਪੈਸਾ ਫੂਕ ਕੇ ਰੱਖ ਦਿੱਤਾ, ਇੰਨੇ ਪੰਡਾਲ ਲਾਤੇ, ਇੰਨੇ ਲੋਕਾਂ ਦੇ ਤੁਸੀਂ ਕੰਮ ਖਰਾਬ ਕੀਤਾ, ਟ੍ਰੈਫਿਕ ਦੇ ਵਿੱਚ ਲੋਕੀ ਫਸੇ ਹੋਣਗੇ, ਕੰਮ ਤੋਂ ਲੇਟ ਹੋਏ ਹੋਣਗੇ, ਉਹਨਾਂ ਦਾ ਕੀਮਤੀ ਜਿਹੜਾ ਸਮਾਂ ਹੈ ਜਿਹੜਾ ਉਹਨੇ ਕੰਮ ਕਰਨਾ ਸੀ ਉਹ ਨਜਾਇਜ਼ ਖਰਾਬ ਹੋਇਆ। ਤੁਸੀਂ ਉਹ ਲੈਣ ਦਾ ਜਾਂ ਤਾਂ ਇਹ ਹੋਵੇ ਵੀ ਦਿਖਾਓ ਵੀ ਕਾਂਗਰਸ ਜਿਹੜਾ ਫੰਡ ਆ ਉਹਦੇ ਵਿੱਚੋਂ ਦਿੱਤੇ ਗਏ ਆ ਜੀ, ਪਰ ਲੋਕ ਜਿਹੜੇ ਆ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ। ਦਲਜੀਤ ਜੀ, ਜਦੋਂ ਜੇ ਇਹਨਾਂ ਰਾਮ ਰੌਲਾ ਨਾ ਪਾਇਆ ਜਾਵੇ, ਜੇ ਇਹਨਾਂ ਲਾਮ ਲਸ਼ਕਰ ਜਿਹੜਾ ਨਾ ਲਿਜਾਇਆ ਜਾਵੇ, ਤਾਂ ਪਤਾ ਜਿਹੜੀਆਂ ਅਖਬਾਰਾਂ 'ਚ ਫੋਟੋਆਂ ਕਿੱਦਾਂ ਆਉਣੀਆਂ, ਪਤਾ ਕਿੱਦਾਂ ਲੱਗਣਾ ਕਿ ਕਾਂਗਰਸ ਕਮੇਟੀ ਨੇ ਨਵਾਂ ਪ੍ਰਧਾਨ ਬਣਾਤਾ। ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਇਹ ਬੰਦਾ ਇਮਾਨਦਾਰ ਆ, ਮੈਂ ਆਪਾਂ ਦੂਸਰੀ ਤਰ੍ਹਾਂ ਗੱਲ ਕਰੀਏ ਤਾਂ ਇਹ ਇੱਕ ਚੰਗੀ ਗੱਲ ਆ ਕਿ ਬਹੁਤ ਚੁਣਿੰਦੇ ਜਿਹੜੇ ਲੀਡਰ ਆ ਸਾਡੇ ਉਹ ਇਮਾਨਦਾਰ ਆ, ਤਾਂ ਸਾਨੂੰ ਉਮੀਦ ਕਰਨੀ ਚਾਹੀਦੀ, ਅਸੀਂ ਨਜਾਇਜ਼ ਭੰਡਦੇ ਨਹੀਂ, ਉਮੀਦ ਕਰਨੀ ਚਾਹੀਦੀ ਹੈ ਕਿ ਜੇ ਇਹਨਾਂ ਕੋਲ ਸਿੱਧੂ ਸਾਹਿਬ ਕੋਲ 6 ਮਹੀਨੇ ਆ ਤਾਂ ਇਹ ਆਪਣਾ ਕੰਮ ਕਰਕੇ, ਕਿਉਂਕਿ ਪਹਿਲੋਂ ਤਾਂ ਆਪਾਂ ਉਂਗਲਾਂ ਚੁੱਕ ਦਿੰਦੇ ਸੀ, ਸਿੱਧੂ ਸਾਹਿਬ ਘਰ ਬੈਠੇ ਉਂਗਲਾਂ ਚੁੱਕ ਦਿੰਦੇ ਸੀ ਕਿ ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਸਰਕਾਰ ਜਿਹੜੀ ਉਹ ਕੰਮ ਨਹੀਂ ਕਰਦੀ, ਅਕਾਲੀ ਦਲ ਨੇ ਆਹ ਕੀਤਾ, ਕਾਂਗਰਸ ਸਾਡੀ ਆਹ ਕਰਦੀ ਹੈ, ਕੈਪਟਨ ਸਾਹਿਬ ਆਹ ਕਰਦੇ ਆ। ਪਰ ਹੁਣ ਸਿੱਧੂ ਸਾਹਿਬ ਕੋਲ ਇੱਕ ਤਾਕਤ ਆਈ ਹੈ, ਇੱਕ ਤਾਜਪੋਸ਼ੀ ਕਰਕੇ ਇੱਕ ਉਹਨਾਂ ਨੂੰ ਅਹੁਦਾ ਦਿੱਤਾ ਗਿਆ ਆ। ਹੁਣ ਟਵੀਟਾਂ ਨਾਲ ਨਹੀਂ ਸਰਨਾ, ਲੱਡੂਆਂ ਨਾਲ, ਹਾਰਾਂ ਨਾਲ ਨਹੀਂ ਸਰਨਾ। ਹੁਣ ਸਿੱਧੂ ਸਾਹਿਬ ਜੇ ਤੁਸੀਂ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਕੰਮ ਕਰਨਾ ਪੈਣਾ। ਦੇਖੋ ਤਾਕਤ ਕੋਈ ਨਹੀਂ ਜੀ, ਤਾਕਤ ਤਾਂ ਸਿਰਫ ਇੰਨੀ ਕਾ ਕਿ ਕੱਲ੍ਹ ਨੂੰ ਜਦੋਂ ਸੀਟਾਂ ਦਾ ਬਟਵਾਰਾ ਹੋਣਾ ਜੀ, ਉਹਦੇ ਵਿੱਚ ਇਹ ਆ ਵੀ MLA ਦੀ ਟਿਕਟ ਮੈਂ ਕਿਹਨੂੰ ਦੇਣੀ ਆ ਜੀ, ਆਪਣੇ ਬੰਦੇ ਮੈਂ ਕਿੰਨੇ ਭੰਡਣੇ ਆ, ਲੈਣੇ ਆ ਜੀ। ਅਸਲ ਤਾਕਤ ਤਾਂ ਅਜੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਆ ਜੀ, ਉਹਨੇ ਹੀ ਸਾਰੇ ਹੁਣ ਮੰਗ ਪੱਤਰ। ਕੈਪਟਨ ਸਾਹਿਬ ਦਾ ਦਲਜੀਤ ਜੀ ਮੂੰਹ ਵੇਖ ਕੇ ਲੱਗਦਾ ਤਾਂ ਨਹੀਂ ਵੀ ਕੈਪਟਨ ਤਾਕਤ ਉਹਨਾਂ ਕੋਲ ਰਹਿ ਗਈ ਆ। ਨਹੀਂ, ਤਾਕਤ ਉਹ ਪਹਿਲਾਂ ਵੀ ਇਦਾਂ ਦੇ ਬਹੁਤ ਸਾਰੇ ਹੋਏ ਆ, ਚਾਹੇ ਰਜਿੰਦਰ ਕੌਰ ਭੱਠਲ ਦੇ ਨਾਲ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਪਿਆ ਹੋਵੇ, ਚਾਹੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਉਹਨਾਂ ਦਾ ਸਾਹਮਣਾ ਹੋਇਆ ਹੋਵੇ। ਅੱਜ ਵੈਸੇ ਸਿੱਧੂ ਸਾਹਿਬ ਦੀ ਤੇ ਕੈਪਟਨ ਸਾਹਿਬ ਦੀ ਹੁਣ ਮੁਲਾਕਾਤ ਹੋ ਗਈ ਆ, ਮੁਲਾਕਾਤ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਕਿਹਾ ਵੀ ਆਹ ਮੁੱਦਿਆਂ ਦੇ ਉੱਤੇ ਹੱਲ ਕੱਢੋ ਜੀ, ਪਰ ਹੱਲ ਉਹ ਤਾਂ 4.5 ਸਾਲ ਤੋਂ ਨਹੀਂ ਕੱਢ ਪਾਏ ਜੀ। ਇੰਨਾ ਹੀ ਕਰ ਸਕਦੇ ਆ ਨਵਜੋਤ ਸਿੰਘ ਸਿੱਧੂ, ਜਿੱਦਾਂ ਮੈਂ ਕਿਹਾ ਆ ਕਿ ਤਾਕਤ ਕੋਈ ਨਹੀਂ ਜੀ, ਇਹ ਸਿਰਫ ਉਹਨਾਂ ਨੂੰ ਕਹਿ ਸਕਦੇ ਆ ਜੀ ਕਿ ਤੁਸੀਂ ਜੀ ਆਹ ਕੰਮ ਕਰ ਲਓ ਜੀ। ਤੇ ਉਧਰ ਮੋਹਰੇ ਅੱਗੇ ਉਹ ਵੀ ਰਾਜਾ ਆ, ਉਹ ਅੜ ਪਿਆ ਬੰਦਾ, ਉਹਨੇ ਵੀ ਕਿਤੇ ਜੇ ਇਹਨੂੰ ਨਹੀਂ ਇਦਾਂ ਸਹਿਣਾ ਆਉਂਦਾ ਉਹਨੂੰ ਵੀ ਨਹੀਂ ਸਹਿਣਾ ਆਉਂਦਾ, ਤੇ ਉਹਨੇ ਤਾਂ ਸੁਨੀਲ ਜਾਖੜ ਨੂੰ ਕਈ ਵਾਰੀ ਆਪਣੇ ਉੱਥੇ ਬਾਹਰ ਆਫਿਸ ਦੇ ਬੈਠਾ ਰਹਿੰਦਾ ਸੀ, ਅੰਦਰ ਨਹੀਂ ਸੀ ਬਾੜਦਾ ਹੁੰਦਾ ਜੀ।
ਉਹ ਵੀ ਇਦਾਂ ਦਾ ਹੀ ਆ ਤੇ ਟਾਈਮ ਨਹੀਂ ਦਿੰਦਾ। ਤੇ ਇਸ ਕਰਕੇ ਇਹ ਤਾਂ ਸਿਰਫ ਮੰਗ ਰੱਖ ਸਕਦੇ, ਮੰਗ ਇਹਨਾਂ ਨੇ ਰੱਖ ਲਈ ਆ। ਹੁਣ ਕੈਪਟਨ ਆ, ਉਹਦੇ ਉੱਤੇ ਕੀ ਉਹ ਕਰਵਾਉਂਦੇ ਆ ਕੀ ਨਹੀਂ ਕਰਵਾਉਂਦੇ, ਇਹ ਦੇਖਣ ਵਾਲੀ ਗੱਲ ਆ। ਅਸੀਂ ਇਹ ਚਾਹੁੰਦੇ ਹਾਂ, ਦੇਖੋ ਨਵਜੋਤ ਸਿੰਘ ਸਿੱਧੂ ਤੋਂ ਸਾਨੂੰ ਆਸਾਂ ਜੀ, ਅਸੀਂ ਇਹ ਗੱਲਾਂ ਵੀ ਤਾਂ ਹੀ ਕਰਦੇ ਬਿਲਕੁਲ ਕਿ ਅਸੀਂ ਸਿਰਫ ਸਾਨੂੰ ਇਸੇ ਤੱਕ ਨਾ ਹੋਵੇ ਵੀ ਅਸੀਂ ਤਾੜੀਆਂ ਲਾਉਂਦੇ ਰਹਿ ਜਾਈਏ ਜਾਂ ਸਾਨੂੰ ਖੀਰ ਦੇ ਵਿੱਚ ਇੱਕ ਬਾਬੇ ਦਾ ਠੁੱਲੂ ਫੜਾ ਦਿੱਤਾ ਜਾਵੇ ਜੀ। ਅਸੀਂ ਇਹ ਕਹਿੰਦੇ ਹਾਂ ਕਿ ਤੁਹਾਡੇ ਕੋਲ ਪਲੈਨਿੰਗ ਕੀ ਆ ਜੀ, ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਯੋਜਨਾਵਾਂ ਆ ਜਿਹੜੀਆਂ ਕਿ ਸਾਡੇ ਜਿਹੜਾ ਭਵਿੱਖ ਆ ਉੱਥੇ ਦਾ ਉਹ ਬੈਟਰ ਕਰ ਸਕਣ ਜੀ। ਕਿਉਂਕਿ ਜੇ ਤੁਸੀਂ ਯੋਜਨਾਵਾਂ ਲੈ ਕੇ ਆਉਂਗੇ ਤੇ ਦੂਜੀਆਂ ਪਾਰਟੀਆਂ ਵਾਲੇ ਵੀ ਲੈ ਕੇ ਆਉਣਗੇ ਜੀ, ਫਿਰ ਉਹਦੇ ਨਾਲ ਕੀ ਆ ਇੱਕ ਪਿਰਤ ਬਣੂਗੀ। ਫਿਰ ਲੋਕੀ ਸੋਚਣਗੇ ਵੀ ਉਹ ਪਾਰਟੀ ਵਾਲੇ ਵੀ ਯਾਰ ਉਹਨਾਂ ਕੋਲ ਸਕੀਮ ਬਹੁਤ ਵਧੀਆ, ਅਸੀਂ ਇਹਦੇ ਨਾਲੋਂ ਵੀ ਵਧੀਆ ਇੱਕ ਸਕੀਮ ਲੈ ਕੇ ਆਉਂਦੇ ਹਾਂ। ਹੁਣ ਪ੍ਰਸ਼ਾਂਤ ਕਿਸ਼ੋਰ ਦੀ ਕਿਉਂ ਉਹ ਇੰਨੀ ਮਹੱਤਵਪੂਰਨ ਆ, ਉਹ ਲੋਕਾਂ ਨੂੰ ਗੱਪ ਮਾਰ ਕੇ ਸਿਖਾਉਂਦਾ ਜੀ। ਪਰ ਜਦੋਂ ਇਨਵੋਲਵਮੈਂਟ ਹੋਊਗੀ ਉੱਥੇ ਪ੍ਰੋਫੈਸਰ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਦਿਮਾਗੀ ਲੋਕ ਬੈਠੇ ਆ ਜੀ, ਉਹਨਾਂ ਦੇ ਕੋਲੋਂ ਪੁੱਛਗਿੱਛ ਹੋਊਗੀ ਵੀ ਦੱਸੋ ਕਿ ਆਪਾਂ ਇਹਨਾਂ ਚੀਜ਼ਾਂ ਦੇ ਉੱਤੋਂ ਕਿੱਦਾਂ ਨਿਕਲਣਾ ਜੀ। ਪਾਲਿਸੀ ਸਾਨੂੰ ਬਣਾ ਕੇ ਦਿਓ, ਸਾਨੂੰ ਯੋਜਨਾਵਾਂ ਦਿਓ, ਅਸੀਂ ਲੋਕਾਂ ਨੂੰ ਜਾ ਕੇ ਦਸੀਏ ਵੀ ਅਸੀਂ ਆ ਤੁਹਾਨੂੰ ਗਰੀਬੀ ਦੇ ਵਿੱਚੋਂ ਇੱਦਾਂ ਕੱਢਣਾ, ਅਸੀਂ ਆਪਣਾ ਹੈਲਥ ਸਿਸਟਮ ਇੱਦਾਂ ਸਹੀ ਕਰਨਾ, ਅਸੀਂ ਆਪਣੀ ਪੰਜਾਬ ਪੁਲਿਸ ਜਿਹੜੀ ਆ ਇਹਨੂੰ ਸਹਿਯੋਗ ਵਰਤੋਂ ਕਿੱਦਾਂ ਕਰਨੀ ਹੈ। ਅਸੀਂ ਜਾ ਕੇ ਉਹ ਜਿਹੜੇ ਲੈਕਚਰਰ ਜਿਹੜੇ ਪੜ੍ਹਾਉਂਦੇ ਆ ਜੀ, ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਪ੍ਰਣਾਲੀ ਪੜ੍ਹਾਉਂਦੇ ਆ, ਜਿਹੜੇ ਇਕਨੋਮਿਕਸ ਪੜ੍ਹਾਉਂਦੇ ਆ, ਉਹਨਾਂ ਨਾਲੋਂ ਤੇ ਨਹੀਂ ਵਧੀਆ ਕੋਈ ਵੀ ਜਾਣਦਾ ਜੀ। ਇਹ ਤਾਂ ਸਾਰੇ ਇਦਾਂ ਹੀ ਆ, ਸਾਡੇ ਮੇਰੇ ਤੇਰੇ ਵਰਗੇ ਹੀ ਆ। ਬਿਲਕੁਲ ਦਲਜੀਤ ਜੀ, ਤੁਸੀਂ ਲਾਸਟ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਇੱਕ ਮਿਆਨ 'ਚ ਦੋ ਤਲਵਾਰਾਂ ਦਾ ਰਹਿਣਾ ਔਖਾ, ਪਰ ਪੰਜਾਬ ਦੇ ਚੰਗੇ ਭਵਿੱਖ ਲਈ ਉਮੀਦ ਕਰਦੇ ਆ ਜਿਹੜੇ ਰਹਿਣ ਵਾਲੇ ਜਿਹੜੇ ਰਹਿ ਗਏ ਆ ਜਿਹੜੇ 6 ਮਹੀਨੇ, ਉਹਦੇ ਵਿੱਚ ਜਿਹੜੀਆਂ ਦੋਵੇਂ ਤਲਵਾਰਾਂ ਇੱਕ ਦੂਜੇ ਨਾਲ ਨਾ ਭਿੜ ਕੇ ਪੰਜਾਬ ਦੇ ਭਵਿੱਖ ਨੂੰ, ਪੰਜਾਬ ਦੇ ਮੁੱਦਿਆਂ ਨੂੰ ਅੱਗੇ ਰੱਖ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਗੀਆਂ। ਪਰ ਜੇ ਇੱਕ ਦੂਜੇ ਨਾਲ ਭਿੜਦੇ ਰਹੇ ਤੇ ਪੰਜਾਬ ਦੇ ਲੋਕਾਂ ਦਾ ਨਾ ਸੋਚਿਆ, ਫਿਰ ਤਾਂ ਪੰਜਾਬ ਦੇ ਲੋਕਾਂ ਦਾ ਰੱਬ ਹੀ ਰਾਖਾ। ਦਲਜੀਤ ਜੀ, ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਮੁਕੰਮਲ ਹੋ ਚੁੱਕਾ ਜੀ। ਆਪਾਂ ਜਿਹੜੀ ਦੂਸਰੀ ਪਾਰਟੀਆਂ ਦੀ ਗੱਲ ਕਰਨੀ ਸੀ, ਪਰ ਉਹ ਆਪਾਂ ਅਗਲੇ ਹਫ਼ਤੇ ਇੱਥੋਂ ਹੀ ਸ਼ੁਰੂਆਤ ਕਰਾਂਗੇ। ਤੇ ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ, ਸਾਡੀ ਗੱਲਬਾਤ ਚੰਗੀ ਲੱਗੀ ਹੋਊਗੀ। ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਜੇਕਰ ਇਸ ਪ੍ਰੋਗਰਾਮ 'ਚ ਕੋਈ ਵੀ ਕਮੀ ਤੁਹਾਨੂੰ ਲੱਗਦੀ ਹੈ ਤਾਂ ਸਾਡੇ ਤੱਕ ਆਪਣੀ ਫੀਡਬੈਕ ਪਹੁੰਚਾਓ, ਤਾਂ ਜੋ ਅਸੀਂ ਉਹ ਕਮੀ ਦੂਰ ਕਰਕੇ ਪ੍ਰੋਗਰਾਮ ਨੂੰ ਹੋਰ ਵਧੀਆ ਕਰਕੇ ਤੁਹਾਡੇ ਤੱਕ ਲੈ ਕੇ ਆ ਸਕੀਏ। ਅਤੇ ਨਾਲ ਦੀ ਨਾਲ ਜਿੰਨੇ ਵੀ ਦੋਸਤਾਂ ਨੇ ਟਿੱਪਣੀਆਂ ਕੀਤੀਆਂ, ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਮੈਨੂੰ, ਦੇਵ ਸਿੱਧੂ ਨੂੰ ਅਤੇ ਦਿਲਜੀਤ ਸਿੰਘ ਹੁਣਾਂ ਨੂੰ ਦੇ ਇਜਾਜ਼ਤ। ਮਿਲਦੇ ਹਾਂ ਅਗਲੇ ਹਫ਼ਤੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।